ਪਿਆਰਿਓ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਇੱਕ ਵਾਕਿਆ ਹੋਇਆ ਜਿਹੜਾ ਅੱਜ ਕੱਲ੍ਹ ਦਾ ਸਾਡੇ ਸ਼ਹਿਰ ਦਾ ਟਾਕ ਆਫ ਦੀ ਟਾਊਨ ਹੈ। ਹਰ ਜਗ੍ਹਾ ਉਸੇ ਬਾਰੇ ਹੀ ਗੱਲਬਾਤ ਹੋ ਰਹੀ ਹੈ। ਬੱਚੀ ਘਰੋਂ ਪੜ੍ਹਨ ਵਾਸਤੇ ਕਾਲਜ ਜਾਂਦੀ ਹੈ ਲਾਹੌਰ ਤੋਂ ਕਿਸੇ ਦੇ ਨਾਲ ਅਟੈਚ ਹੋ ਜਾਂਦੀ ਹੈ। ਸੈੱਲ ਫੋਨ 'ਤੇ ਬਾਅਦ ਅਜ਼ਾਂ ਫਿਰ ਉਹਦੇ ਸ਼ਹਿਰ ਟੁਰ ਜਾਂਦੀ ਹੈ। ਬਾਅਦ ਅਜ਼ਾਂ ਉਹਦੇ ਨਾਲ ਜ਼ੁਲਮ ਜ਼ਿਆਦਤੀ 3 ਅਫਰਾਦ ਕਰਦੇ ਨੇ ਔਰ ਉਸ ਤੋਂ ਬਾਅਦ ਉਹਨੂੰ ਰੈਸਟ ਹਾਊਸ ਦੀ ਛੱਤ ਤੋਂ ਥੱਲੇ ਗਿਰਾ ਦਿੱਤਾ ਜਾਂਦਾ ਹੈ। ਖਲੀਲੁਰ ਰਹਿਮਾਨ ਕਮਰ ਬਹੁਤ ਵੱਡਾ ਆਪਣੀ ਫੀਲਡ ਦਾ ਨਾਂ ਸੀ। ਅਕਸਰ ਟੀਵੀ ਦੇ ਅਸੀਂ ਮੁਜ਼ਾਕਰਿਆਂ ਦੇ ਵਿੱਚ ਉਹਨਾਂ ਨੂੰ ਤਸ਼ਰੀਫ ਫਰਮਾ ਦੇਖਦੇ ਸਾਂ। ਬੜੀ ਰੌਨਕ ਦੇ ਨਾਲ ਬੜੀ ਜ਼ਬਰਦਸਤ ਗੁਫ਼ਤਗੂ ਕਰਦੇ ਸਨ। ਉਹਨਾਂ ਦੀ ਗੱਲਬਾਤ ਮੁਤਾਸਿਰ ਕੁਨ ਹੁੰਦੀ ਸੀ ਔਰ ਨੌਜਵਾਨ ਬੜਾ ਉਹਨਾਂ ਤੋਂ ਮੁਤਾਸਰ ਹੁੰਦੇ ਸਨ। ਇੱਕ ਧੀ ਪੰਜਾਬ ਦੀ, ਇੱਕ ਧੀ ਪਾਕਿਸਤਾਨ ਦੀ ਜਿਹੜੀ ਹੈ ਉਹ ਬੇਆਬਰੂ ਹੋਈ। ਉਹਨੂੰ ਵਖਾਲਾ ਕੋਈ ਹੋਰ ਦਿੱਤਾ ਹੋਣਾ, ਕੀਤਾ ਕੁਛ ਕੋਈ ਸਬਜ਼ ਬਾਗ ਹੋਰ ਦਹਾਏ ਹੋਣੇ ਨੇ। ਹਾਏ ਜਦੋਂ ਉਹ ਆ ਗਈ ਤੇ ਫਿਰ ਉਹਦੇ ਨਾਲ ਉਹਨੇ ਹਨੇਰ ਮਚਾ ਦਿੱਤਾ। ਤੋਬਾ ਜਿਹੜੀ ਤੇ ਅਮਰੀਕਨ ਬੱਚਿਆਂ ਦੀ ਜਿਹੜੀ ਐਸੋਸੀਏਸ਼ਨ ਹੈ ਔਰ ਕੈਨੇਡੀਅਨ ਜਿਹੜੀ ਐਸੋਸੀਏਸ਼ਨ ਹੈ, ਉਹ ਤਾਂ ਕਹਿੰਦੇ ਨੇ ਜੀ ਕਿ 5 ਸਾਲ ਤੋਂ ਛੋਟੇ ਬੱਚੇ ਨੂੰ ਅਗਰ ਤੁਸੀਂ ਇਹ ਛੋਟੀ ਸਕਰੀਨ ਉਹਦੇ ਹੱਥ 'ਚ ਫੜਾਓਗੇ ਤੇ ਤੁਸੀਂ ਸਮਝੋ ਕਿ ਉਸ ਬੱਚੇ ਦੇ ਮੁਸਤਕਬਲ ਨੂੰ ਤੁਸੀਂ ਬਰਬਾਦ ਕਰਦੇ ਪਏ। ਉਹ ਆਪਣੇ ਕਲੀਨਿਕ ਤੇ ਬੈਠੇ ਹੋਏ ਸਨ ਤੇ ਇੱਕ ਬੰਦਾ ਆ ਗਿਆ। ਉਹਨੇ ਆ ਕੇ ਕਿਹਾ ਕਿ ਜੀ ਇਸ ਤਰ੍ਹਾਂ ਕੋਈ ਸਾਡੇ ਅਜ਼ੀਜ਼ ਨੇ, ਉਹਨਾਂ ਦੀ ਡਾਕਟਰ ਸਾਹਿਬ ਬੱਚੀ ਨਸ਼ਾ ਕਰਨ ਲੱਗ ਪਈ ਸੀ ਤੇ ਉਹ ਪਤਾ ਲੱਗਿਆ ਘਰਦਿਆਂ ਨੂੰ ਤੇ ਉਹਨਾਂ ਨੇ ਨਸ਼ਾ ਛੁਡਾ ਦਿੱਤਾ ਜੀ ਤੇ ਜਨਾਬ ਉਹਦੀ ਹਾਲਤ ਬੜੀ ਖ਼ਰਾਬ ਹੈ। ਕੋਈ ਮਿਹਰਬਾਨੀ ਕਰੋ, ਬਾਪਰਦਾ ਅੱਛੀ ਫੈਮਿਲੀ ਹੈ, ਉਹ ਨਹੀਂ ਚਾਹੁੰਦੇ ਇੱਥੇ ਲਿਆਣ ਕਲੀਨਿਕ ਤੇ ਘਰ ਚੱਲ ਕੇ ਦੇਖ ਲਓ ਜੀ। ਤੇ ਡਾਕਟਰ ਸਾਹਿਬ ਹੁਣ ਜਿਹੜੇ ਨੇ ਫਿਰ ਉਹ ਰਾਤੀ ਕੋਈ 2-2:30 ਵਜੇ ਤੱਕ ਕੋਈ 2 ਲੱਖ ਰੁਪਈਆ ਹਾਰ ਗਏ ਜਨਾਬ ਉੱਥੇ। ਅੱਛਾ। ਉਹ ਜਦੋਂ ਉੱਥੇ ਹਾਰ ਗਏ ਤੇ ਉਹ ਬੰਦੇ ਉਹ ਜਿਹੜੇ ਸਨ ਉਹਨਾਂ ਨੇ ਉਹ ਤੇ ਪ੍ਰੀ ਪਲਾਨ ਸੀ ਨਾ ਜੀ ਸਾਰਾ, ਔਰ ਬੜੇ ਸੀਨੀਅਰ ਡਾਕਟਰ ਸਨ ਉਹ ਆਪਣੇ ਕਲੀਨਿਕ ਤੇ ਬੈਠੇ ਹੋਏ ਸਨ ਤੇ ਇੱਕ ਖਤੂਨ ਉਹਨਾਂ ਦੇ ਕੋਲ ਆਈ ਜੀ ਔਰ ਉਹਨੇ ਆ ਕੇ ਕਿਹਾ ਜੀ ਕਿ ਉਹ ਤੁਹਾਡੇ ਘਰ ਫਲਾਨੀ ਜਿਹੜੀ ਬੀਬੀ ਕੰਮ ਕਰਦੀ ਨਾ ਜੀ, ਮੇਰੀ ਉਹ ਕੁੜਮਣੀ ਹੈ। ਖੈਰ ਡਾਕਟਰ ਸਾਹਿਬ ਨੇ ਉਹਨਾਂ ਕੋਲੋਂ ਸੋਨਾ ਲੈ ਕੇ ਰੱਖ ਲਿਆ ਔਰ ਉਹ ਚਲੇ ਗਏ ਜਨਾਬ। ਉਹ ਡਾਕਟਰ ਸਾਹਿਬ ਨੇ ਸੁਨਿਆਰੇ ਨੂੰ ਹਾਇਆ, ਉਹਨਾਂ ਨੇ ਕਿਹਾ ਜੀ ਬੜਾ ਪਿਓਰ ਸੋਨਾ ਹੈਗਾ ਔਰ ਹੈ ਵੀ ਇਹ ਕੋਈ ਐਂਟੀਕ ਚੀਜ਼ ਹੈ, ਪੁਰਾਣੇ ਜ਼ਮਾਨੇ ਦੀ ਕੋਈ ਚੀਜ਼ ਹੈ। ਉਹ 5-7 ਦਿਨਾਂ ਬਾਅਦ ਉਹਨਾਂ ਨੇ ਕਿਹਾ ਕਿ ਯਾਰ ਅੱਧੇ ਘਰ ਰੱਖ ਲੈਂਦੇ ਆ, ਅੱਧੇ ਸੁਨਿਆਰੇ ਨੂੰ ਚੈੱਕ ਕਰਵਾਉਂਦੇ ਆ। ਹਾਂ, ਉਹ ਜਦੋਂ ਸੁਨਿਆਰੇ ਨੂੰ ਬੁਲਾਇਆ ਉਹਨੇ ਕਿਹਾ ਜੀ ਇਹ ਹੁਣ ਉਹ ਨਹੀਂ ਹੈਗੇ, ਇਹ ਤੇ ਤਾਂਬਾ ਹੈ ਕਿ ਪਤਾ ਨਹੀਂ ਕੀ ਹੈ, ਉਹ ਜਿਹੜੇ ਪਹਿਲੇ ਸਨ ਉਹ ਸਹੀ ਸੀ। ਜੋ परिंदे निगाह रखते हैं सबसे पहले असीर होते हैं। हाय 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 अदम एहतियात लाजिम है, लोग मुनकर नकीर होते हैं। हाय 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 हाय। ਤੇ ਉਹ ਕਾਰੀ ਸਾਹਿਬ ਗੱਡੀ 'ਚ ਬਹਿ ਕੇ ਚਲੇ ਗਏ ਉਹਨਾਂ ਦੇ ਕੋਲ ਮਾਡਲ ਟਾਊਨ ਦੇ ਵਿੱਚ ਜਨਾਬ ਅਲੀ। ਉਹ ਲੈ ਕੇ ਗਏ ਕਾਰੀ ਸਾਹਿਬ ਨੂੰ। ਉਹ ਜਦੋਂ ਲੈ ਕੇ ਗਏ ਤੇ ਅੰਦਰ ਬੜੀਆਂ ਬਾਪਰਦਾ ਬੀਬੀਆਂ ਬੈਠੀਆਂ ਸਨ ਔਰ ਬੱਚੀ ਦਾ ਉਹਨਾਂ ਨੇ ਕਿਹਾ ਜੀ ਕਿ 3 ਦਿਨ ਹੋ ਗਏ ਨੇ ਨਾ ਇਹਦੀ ਨਜ਼ਰ ਪੱਥਰਾ ਗਈ ਹੈ, ਵਹਿੰਦੀ ਨਹੀਂ, ਖਾਂਦੀ ਨਹੀਂ, ਸੌਂਦੀ ਨਹੀਂ। ਖੈਰ ਉਹ ਕਾਰੀ ਸਾਹਿਬ ਨੇ ਜਾ ਕੇ ਉਹਨੂੰ ਕੋਈ ਦਮ ਕੀਤਾ, ਕੋਈ ਉਹਨੂੰ ਤਵੀਜ਼ ਦਿੱਤਾ। ਕਾਰੀ ਸਾਹਿਬ ਨੇ ਜਦੋਂ ਦੇਖਿਆ ਕਿ ਕਾਫੀ ਹਦੀਆ ਮਿਲ ਗਿਆ, ਉਹਨਾਂ ਨੇ ਕਿਹਾ ਜੀ 1-2 ਦਿਨ ਹਾਲੇ ਹੋਰ ਵੀ ਦਮ ਕਰਨਾ ਪੈਣਾ। ਉਹਨਾਂ ਨੇ ਕਾਰੀ ਸਾਹਿਬ ਕੋਲੋਂ ਪਾਸਪੋਰਟ ਵੀ ਲੈ ਲਏ ਸਾਰਿਆਂ ਦੇ ਔਰ 12 ਲੱਖ ਰੁਪਈਆ ਉਹਨਾਂ 2 ਬੱਚਿਆਂ ਦਾ ਲੈ ਲਿਆ। ਇਹ ਡਾਕਟਰ ਸਾਹਿਬ ਅੱਜ ਤੋਂ ਮੈਂ 20 ਸਾਲ ਪਹਿਲਾਂ ਦੀ ਗੱਲ ਸੁਣਾਉਂਦਾ। ਤੇ ਉਹ ਫਿਰ ਬਾਅਦ ਵਿੱਚੋਂ ਉਹ ਪਤਾ ਲੱਗਿਆ ਕਿ ਉਹ ਤੇ ਕੋਈ ਬੂਰੇ ਵਾਲੇ ਦਾ ਬੰਦਾ ਸੀ ਜਿਹੜਾ ਫੌਤ ਹੋ ਗਿਆ, ਉਹਦੇ ਨਾਂ ਦੇ ਉੱਤੇ ਉਹਨਾਂ ਨੇ ਉਹ ਜਗ੍ਹਾ ਉਹ ਘਰ ਕਿਰਾਏ ਤੇ ਲਿਆ ਹੋਇਆ ਸੀ ਜੀ। ਨਾ ਉਹ ਬੰਦੇ ਲੱਭੇ ਨਾ ਉਹ ਚੀਜ਼ ਲੱਭੀ। ਕਿਸੇ ਨਾ ਕਿਸੇ ਇੱਕ ਲੜਕੀ ਨੂੰ ਜਿਹੜੀ ਕਿ ਖੁਸ਼ ਸ਼ਕਲ ਹੋਵੇ, ਖੁਸ਼ ਆਵਾਜ਼ ਹੋਵੇ, ਖੁਸ਼ ਅਦਾ ਹੋਵੇ, ਉਹ ਜਨਾਬ ਅਲੀ ਮਕਸਦ ਹੈ ਵੇ ਕਿ ਇੱਕ ਫਰੈਂਡ ਰਿਕੁਐਸਟ ਭੇਜੀ, ਤੁਸੀਂ ਜਾਣਦੇ ਹੀ ਨਹੀਂ ਕਿਸੇ ਬੰਦੇ ਨੂੰ, ਲੇਕਿਨ ਉਹਦੀ ਸ਼ਕਲ ਵੇਖ ਕੇ ਤੁਸੀਂ ਉਹਨੂੰ ਐਕਸੈਪਟ ਕੀਤਾ, ਨਾਲ ਹੀ ਹੈਲੋ ਹਾਏ ਹੋਈ। ਇਹ ਲੋਕ ਜਿਹੜੇ ਨੇ ਜੀ ਇਹ ਪਹਿਲੋਂ ਜਿਹਨੂੰ ਕੈਪਚਰ ਕਰਨਾ ਹੁੰਦਾ ਨਾ ਉਹਦੇ ਬਾਰੇ 'ਚ ਰੈਕੀ ਕਰ ਲੈਂਦੇ ਨੇ ਕਿ ਬਈ ਉਹਦਾ ਮੈਂਟਲ ਕੈਲੀਬਰ ਕੀ ਹੈ, ਉਹਦਾ ਮੁਆਸ਼ਰੇ ਸਟੇਟਸ ਕੀ ਹੈ, ਉਹਦੀ ਹੌਬੀ ਕੀ ਹੈ, ਉਹਦੀ ਲਾਈਕਿੰਗ ਕੀ ਹੈ ਔਰ ਇਰਦ ਗਿਰਦ ਵਾਲਿਆਂ ਲੋਕਾਂ ਕੋਲੋਂ ਉਹਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ ਜੀ। ਉੱਤੋਂ ਡਰਾਮੇ ਸਾਡੇ ਐਸੇ ਅੱਜ ਕੱਲ੍ਹ ਚੱਲ ਰਹੇ ਨੇ। ਉੱਤੋਂ ਰਾਈਟਰ ਵੇਖੋ ਨਾ ਤੁਸੀਂ, ਮਾਸ਼ਾਅੱਲਾ, ਉਹ ਇਸ ਤਰ੍ਹਾਂ ਦਾ ਸਕ੍ਰਿਪਟ ਲਿਖਦੇ ਨੇ ਕਿ ਸਾਡੀਆਂ ਬੱਚੀਆਂ ਨੂੰ ਮਾਪੇ ਦੁਸ਼ਮਣ ਲੱਗਣ ਲੱਗ ਪੈਂਦੇ ਨੇ ਤੇ ਹਮਸਾਏ ਜਾਂ ਆਊਟਸਾਈਡਰ ਜਿਹੜੇ ਨੇ ਨਾ ਜੀ ਉਹ ਚੰਗੇ ਲੱਗਣ ਲੱਗ ਪੈਂਦੇ, ਉਹ ਹਮਦਰਦ ਲੱਗਣ ਲੱਗ ਪੈਂਦੇ। ਇਹ ਡਾਕਟਰ ਸਾਹਿਬ ਸੋਸ਼ਲ ਮੀਡੀਆ ਦਾ ਇੱਕ ਇਹ ਵੀ ਬੜਾ ਹੀ ਡਾਰਕ ਪਹਿਲੂ ਹੈ। ਬਿਲਕੁਲ।
बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। प्यारे वेखन वाले हो, पंजाबी माँ बोली दे जुबानो अदब ते सकाफत दे फरोग ते वधारे ते चढ़तल लई शुरू कीते जान वाले ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂ ਜੇ ਤੁਹਾਡੇ ਤਾਸੁਰਾਤ ਜਿਹੜੇ ਨੇ ਉਹ ਸਾਡੇ ਲਈ ਬੜੀ ਹਲਾਸ਼ੇਰੀ ਦਾ ਤੇ ਬੜੀ ਐਨਕਰੇਜਮੈਂਟ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੁਫ਼ਤਗੂ ਨੂੰ ਮਜ਼ੀਦ ਨਿਖਾਰਨ ਤੇ ਸ਼ਿੰਗਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸੋਸ਼ਲ ਮੀਡੀਆ ਸਾਡੇ ਵਸੇਬ ਦਾ, ਸਾਡੀ ਜ਼ਿੰਦਗੀ ਦਾ ਅਟੂਟ ਅੰਗ ਬਣ ਚੁੱਕਿਆ ਹੈ। ਸਮਾਜੀ ਜ਼ਰਾਏ ਅਬਲਾਗ ਬਿਨਾ ਹੁਣ ਅਸੀਂ ਰਹਿ ਹੀ ਨਹੀਂ ਸਕਦੇ। ਅੱਜ ਇੱਕ ਅਖਬਾਰ ਦੀ ਖਬਰ ਸੀ ਕਿ ਪਾਕਿਸਤਾਨ ਦੀ 25 ਕਰੋੜ ਆਬਾਦੀ ਦੇ ਵਿੱਚੋਂ 19.25 ਕਰੋੜ ਲੋਕ ਜਿਹੜੇ ਨੇ ਉਹਨਾਂ ਨੇ ਸੈੱਲ ਫੋਨ ਰੱਖੇ ਨੇ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਦੇ ਵਿੱਚ ਮਰਬੂਤ ਨੇ। ਇਹ ਸਮਾਜੀ ਰਾਬਤੇ ਦੇ ਜਿਹੜੇ ਅਬਲਾਗ ਦੇ ਜ਼ਰੀਏ ਨੇ, ਇਹਨਾਂ ਦੀਆਂ ਬਹੁਤ ਸਾਰੀਆਂ ਇਕਸਾਮ ਨੇ ਤੇ ਸਾਹਿਬੋ, ਇਹਨਾਂ ਦੇ ਬਹੁਤ ਸਾਰੇ ਫਾਇਦੇ ਨੇ ਔਰ ਇਹਨਾਂ ਦੇ ਬਹੁਤ ਸਾਰੇ ਮੁਜ਼ਰਾਤ ਔਰ ਨੁਕਸਾਨਾਤ ਵੀ ਨੇ। ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਬਹੁਤ ਸਾਰੇ ਚੂੰਕਿ ਮੌਜ਼ੂਆਤ ਨੇ ਤੇ ਸਾਰਿਆਂ ਹੀ ਮੌਜ਼ੂਆਤ ਦਾ ਇਹਾਤਾ ਕਿਸੇ ਇੱਕ ਬੈਠਕ ਵਿੱਚ, ਕਿਸੇ ਇੱਕ ਨਸ਼ਿਸਤ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਅਸੀਂ ਅੱਜ ਸਿਰਫ ਸੋਸ਼ਲ ਮੀਡੀਆ ਦੇ ਮੁਜ਼ਰਾਤ ਦੇ ਉੱਤੇ ਗੁਫ਼ਤਗੂ ਕਰਾਂਗੇ। ਪਿਆਰਿਓ, ਸੋਸ਼ਲ ਮੀਡੀਆ ਦੇ ਉੱਤੇ ਧੋਖੇਬਾਜ਼ੀ ਜਿਹੜੀ ਹੈ ਨਾ ਜੀ, ਇਹ ਬਹੁਤ ਜ਼ਿਆਦਾ ਹੋ ਰਹੀ ਹੈ। ਕਿਧਰੇ ਕੋਈ ਨੀਮ ਹਕੀਮ ਜਾਲੀ ਅਦਵਿਆਤ ਵੇਚ ਰਿਹਾ ਤੇ ਸ਼ੂਗਰ ਦੇ ਖਾਤਮੇ ਦਾ ਐਲਾਨ ਕਰ ਰਿਹਾ। ਪਿਆਰਿਓ, ਕਿਤੇ ਵੀਜ਼ੇ ਫਰੋਖਤ ਕੀਤੇ ਜਾ ਰਹੇ ਨੇ ਤੇ ਕੈਨੇਡਾ ਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਦਿਲਵਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਹੀ ਤਸ਼ਹੀਰੀ ਮੁਹਿੰਮ ਚਲਾ ਕੇ। ਤੇ ਪਿਆਰਿਓ, ਕਿਧਰੇ ਸੋਸ਼ਲ ਮੀਡੀਆ ਦੇ ਉੱਤੇ ਹੀ ਡਰਾਮਿਆਂ ਤੇ ਫਿਲਮਾਂ ਦੇ ਵਿੱਚ ਕੰਮ ਕਰਵਾਉਣ ਦਾ ਲਾਲਚ ਦੇ ਕੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਫਸਾਇਆ ਜਾ ਰਿਹਾ ਹੈ। ਧੋਖਾ ਤੇ ਫਰਾਡ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਹੈ ਸੋਸ਼ਲ ਮੀਡੀਆ ਦੇ ਉੱਤੇ। ਪਿਆਰਿਓ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਇੱਕ ਵਾਕਿਆ ਹੋਇਆ ਜਿਹੜਾ ਅੱਜ ਕੱਲ੍ਹ ਦਾ ਸਾਡੇ ਸ਼ਹਿਰ ਦਾ ਟਾਕ ਆਫ ਦੀ ਟਾਊਨ ਹੈ। ਹਰ ਜਗ੍ਹਾ ਉਸੇ ਬਾਰੇ ਹੀ ਗੱਲਬਾਤ ਹੋ ਰਹੀ ਹੈ। ਉਹ ਇਹ ਕਿ ਇੱਕ ਗੁਜਰਾਂਵਾਲਾ ਦੇ ਨੌਜਵਾਨ ਨੇ ਲਾਹੌਰ ਦੀ ਇੱਕ ਲੜਕੀ ਜਿਹੜੀ ਕਿ ਬੁਨਿਆਦੀ ਤੌਰ 'ਤੇ ਸ਼ੇਖੂਪੁਰਾ ਦੀ ਰਹਿਣ ਵਾਲੀ ਸੀ, ਉਹਨੂੰ ਗੁਜਰਾਂਵਾਲਾ ਬੁਲਵਾਇਆ। ਉੱਥੇ ਇੱਕ ਗੈਸਟ ਹਾਊਸ ਦੇ ਵਿੱਚ ਉਹਨੂੰ ਲੈ ਗਿਆ। ਉੱਥੇ ਜਾ ਕੇ ਉਹਨੂੰ ਕੁਝ ਖਾਣਾ ਜਿਹੜਾ ਖਿਲਾਇਆ, ਉਹਦੇ ਵਿੱਚ ਕੁਝ ਨਸ਼ਾ ਆਵਰ ਦਵਾਈ ਮਿਲਾ ਦਿੱਤੀ। ਉਸ ਤੋਂ ਬਾਅਦ ਆਪਣੇ 2 ਮਜ਼ੀਦ ਸਾਥੀਆਂ ਦੇ ਨਾਲ ਉਸ ਬੱਚੀ ਦੇ ਨਾਲ ਜ਼ਿਆਦਤੀ ਕੀਤੀ। ਉਹਨੂੰ ਫਲਰਟ ਕਰਕੇ ਬੁਲਾ ਕੇ ਤੇ ਉਹਦੀ ਆਬਰੂ ਰੇਜ਼ੀ ਕੀਤੀ। ਸਾਹਿਬੋ, ਕਿੰਨੇ ਦੁੱਖ ਵਾਲੀ ਬਾਤ ਹੈ। ਸਾਡੀਆਂ ਧੀਆਂ ਦੇ ਕੋਲ ਵੀ ਸੈੱਲ ਫੋਨ ਨੇ, ਸਾਡੇ ਮੁੰਡਿਆਂ ਦੇ ਕੋਲ ਵੀ, ਬਲਕਿ ਛੋਟੇ ਛੋਟੇ ਬਾਲਾਂ ਦੇ ਕੋਲ ਹੋਣ ਤੇ ਮਾਪੇ ਆਪ ਮਾਵਾਂ ਅਸੀਂ ਦੇਖਿਆ ਅਕਸਰ ਬੱਚੇ ਤੰਗ ਕਰ ਰਹੇ ਹੋਣ ਤੇ ਛੋਟੇ ਛੋਟੇ ਬੱਚਿਆਂ ਤੋਂ ਜਾਨ ਛੁਡਵਾਉਣ ਵਾਸਤੇ ਉਹਨਾਂ ਨੂੰ ਸੈੱਲ ਫੋਨ ਫੜਾ ਦਿੰਦੀਆਂ ਨੇ, ਲੈ ਇਹਦੇ ਤੇ ਲੱਗਾ ਰਹੋ ਤੇ ਮੇਰੀ ਜਾਨ ਛੱਡ।
ਪਿਆਰਿਓ, ਉਹਦੇ ਨੁਕਸਾਨਾਤ ਕੀ ਹੋ ਰਹੇ ਨੇ ਕਿ ਬੱਚੀ ਘਰੋਂ ਪੜ੍ਹਨ ਵਾਸਤੇ ਕਾਲਜ ਜਾਂਦੀ ਹੈ ਲਾਹੌਰ ਤੋਂ ਕਿਸੇ ਦੇ ਨਾਲ ਅਟੈਚ ਹੋ ਜਾਂਦੀ ਹੈ, ਸੈੱਲ ਫੋਨ ਤੇ ਬਾਅਦ ਅਜ਼ਾਂ ਫਿਰ ਉਹਦੇ ਸ਼ਹਿਰ ਟੁਰ ਜਾਂਦੀ ਹੈ, ਬਾਅਦ ਅਜ਼ਾਂ ਉਹਦੇ ਨਾਲ ਜ਼ੁਲਮ ਜ਼ਿਆਦਤੀ 3 ਅਫਰਾਦ ਕਰਦੇ ਨੇ ਔਰ ਉਸ ਤੋਂ ਬਾਅਦ ਉਹਨੂੰ ਰੈਸਟ ਹਾਊਸ ਦੀ ਛੱਤ ਤੋਂ ਥੱਲੇ ਗਿਰਾ ਦਿੱਤਾ ਜਾਂਦਾ ਹੈ। ਅਖਬਾਰਾਤ ਦੇ ਵਿੱਚ ਅਸਾਂ ਖਬਰਾਂ ਪੜ੍ਹੀਆਂ ਕਿ ਉਸ ਬੱਚੀ ਨੂੰ ਸ਼ਦੀਦ ਜ਼ਖਮੀ ਹਾਲਤ ਦੇ ਵਿੱਚ ਫਿਰ ਡਿਸਟ੍ਰਿਕਟ ਹੈੱਡਕੁਆਟਰ ਟੀਚਿੰਗ ਹਸਪਤਾਲ ਗੁਜਰਾਂਵਾਲਾ ਮੁੰਤਕਿਲ ਕੀਤਾ ਗਿਆ, ਜਿੱਥੇ ਹੁਣ ਤਾਈਂ ਉਹ ਬੱਚੀ ਜ਼ੇਰੇ ਇਲਾਜ ਹੈ। ਔਰ ਬੱਚੇ ਜਿਨ੍ਹਾਂ ਲੜਕਿਆਂ ਨੇ ਇਹ ਜ਼ਿਆਦਤੀ ਕੀਤੀ ਉਹਨਾਂ ਦੇ ਵਿੱਚੋਂ ਵੀ 2 ਮੁਲਜ਼ਮਾਨ ਨੂੰ ਗੁਜਰਾਂਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੀ ਕਬਾਹਤ, ਇਹ ਸਾਰੀ ਵਾਰਦਾਤ, ਇਹ ਜਿਹੜਾ ਫਲਰਟ ਕੀਤਾ ਗਿਆ ਇੱਕ ਨੌਜਵਾਨ ਲੜਕੀ ਨੂੰ, ਇਹ ਸੋਸ਼ਲ ਮੀਡੀਆ ਦਾ ਹੀ ਸਾਖਸ਼ਾਨਾ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਅੱਜ ਕੱਲ੍ਹ ਸਾਡੇ ਮੁਲਕ ਦੇ ਇੱਕ ਬਹੁਤ ਨਾਮਵਰ ਰਾਈਟਰ ਖਲੀਲੁਰ ਰਹਿਮਾਨ ਕਮਰ, ਬਹੁਤ ਵੱਡਾ ਆਪਣੀ ਫੀਲਡ ਦਾ ਨਾਂ ਸੀ। ਅਕਸਰ ਟੀਵੀ ਦੇ ਅਸੀਂ ਮੁਜ਼ਾਕਰਿਆਂ ਦੇ ਵਿੱਚ ਉਹਨਾਂ ਨੂੰ ਤਸ਼ਰੀਫ ਫਰਮਾ ਦੇਖਦੇ ਸਾਂ। ਬੜੀ ਰੌਨਕ ਦੇ ਨਾਲ ਬੜੀ ਜ਼ਬਰਦਸਤ ਗੁਫ਼ਤਗੂ ਕਰਦੇ ਸਨ, ਉਹਨਾਂ ਦੀ ਗੱਲਬਾਤ ਮੁਤਾਸਿਰ ਕੁਨ ਹੁੰਦੀ ਸੀ ਔਰ ਨੌਜਵਾਨ ਬੜਾ ਉਹਨਾਂ ਤੋਂ ਮੁਤਾਸਰ ਹੁੰਦੇ ਸਨ। ਤੇ ਪਿਆਰਿਓ, ਫਿਰ ਉਹਨਾਂ ਦੇ ਨਾਲ ਵੀ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਇੱਕ ਐਸੀ ਵਾਰਦਾਤ ਕੀਤੀ ਗਈ ਜਿਹੜੀ ਅੱਜ ਕੱਲ੍ਹ ਉਹ ਵੀ ਟਾਕ ਆਫ ਦ ਟਾਊਨ ਹੈ, ਹਰ ਜਗ੍ਹਾ ਤੇ ਉਸੇ ਬਾਰੇ ਹੀ ਗੱਲਾਂ ਬਾਤਾਂ ਹੋ ਰਹੀਆਂ ਨੇ। ਬਹਰਹਾਲ ਸੋਸ਼ਲ ਮੀਡੀਆ ਤੇ ਜਿਹੜੇ ਇਹ ਫਰਾਡ ਕੀਤੇ ਜਾਂਦੇ ਨੇ ਔਰ ਜਿਸ ਤਰ੍ਹਾਂ ਇਹ ਇੱਕ ਦੂਜੇ ਨੂੰ ਟਰੈਪ ਕਰਕੇ ਬਾਅਦ ਅਜ਼ਾਂ ਉਹਨਾਂ ਦੇ ਨਾਲ ਧੋਖਾਦਹੀ ਕਰਕੇ ਕਿਸੇ ਕੋਲੋਂ ਪੈਸੇ ਲੁੱਟ ਲਏ ਜਾਂਦੇ ਨੇ, ਕਿਸੇ ਨੂੰ ਬੇਆਬਰੂ ਕਰ ਦਿੱਤਾ ਜਾਂਦਾ ਹੈ। ਇਹ ਜਿਹੜੇ ਸੋਸ਼ਲ ਮੀਡੀਆ ਦੇ ਫਰਾਡ ਨੇ, ਇਹ ਹੁਣ ਤੇ ਚਲੋ ਜਦੀਦ ਸ਼ਕਲ ਆ ਗਈ ਹੈ ਨਾ ਜੀ ਧੋਖੇਬਾਜ਼ੀ ਦੀ, ਲੇਕਿਨ ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ। ਧੋਖੇਬਾਜ਼ੀ ਔਰ ਫਰਾਡ ਇੱਕ ਦੂਸਰੇ ਦੇ ਨਾਲ ਇਨਸਾਨ ਕਰਦੇ ਹੀ ਆਏ ਨੇ। ਸਾਡੇ ਨਾਲ ਮੌਜੂਦ ਨੇ ਸਾਡੇ ਸ਼ਹਿਰ ਦੇ ਅਜ਼ੀਮ ਮਸੀਹਾ ਡਾਕਟਰ ਫਜ਼ਲੁਰ ਰਹਿਮਾਨ। ਤੁਹਾਨੂੰ ਤਾਂ ਪਤਾ ਹੈ ਕਿ ਤੁਸੀਂ ਵੀ ਉਹਨਾਂ ਦੇ ਕਿਸ ਕਦਰ ਆਸ਼ਿਕ ਹੋ, ਮੁਹੱਬਤ ਕਰਨ ਵਾਲੇ ਹੋ, ਤੇ ਅਸੀਂ ਵੀ ਉਹਨਾਂ ਦੇ ਇਰਾਦਤਮੰਦਾਂ ਦੇ ਵਿੱਚ ਤੇ ਮੁਰੀਦੈਨ ਦੇ ਵਿੱਚ ਸ਼ੁਮਾਰ ਹੁੰਦੇ ਹਾਂ। ਜਦੋਂ ਕੋਈ ਖਾਸ ਕਰਕੇ ਦੁੱਖ ਵਾਲੀ ਗੱਲ ਹੋਵੇ, ਜਿਵੇਂ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਇੱਕ ਲੜਕੀ ਨੂੰ ਬੁਲਾ ਕੇ ਤੁਹਾਨੂੰ ਦੱਸਿਆ ਤੇ 3 ਨੌਜਵਾਨਾਂ ਨੇ ਉਹਦੇ ਨਾਲ ਜ਼ਿਆਦਤੀ ਕੀਤੀ, ਇਹਦੇ ਨਾਲ ਪੂਰੇ ਸ਼ਹਿਰ ਦੀ ਬਦਨਾਮੀ ਹੋਈ। ਇੱਕ ਧੀ ਪੰਜਾਬ ਦੀ, ਇੱਕ ਧੀ ਪਾਕਿਸਤਾਨ ਦੀ ਜਿਹੜੀ ਹੈ ਉਹ ਬੇਆਬਰੂ ਹੋਈ। ਤੇ ਇਸ ਦੁੱਖ ਦੀ ਘੜੀ ਦੇ ਵਿੱਚ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਨੂੰ ਮੈਂ ਟੈਲੀਫੋਨ ਕੀਤਾ, ਰਿਕੁਐਸਟ ਕੀਤੀ ਕਿ ਤਸ਼ਰੀਫ ਲਿਆਓ ਤੇ ਬੈਠ ਕੇ ਜ਼ਰਾ ਗੱਲਾਂ ਬਾਤਾਂ ਕਰੀਏ ਇਸੇ ਮੌਜੂ ਦੇ ਉੱਤੇ ਜੋ ਸਾਡੇ ਸਮਾਜ ਵਿੱਚ, ਸਾਡੇ ਵਸੇਬ ਦੇ ਵਿੱਚ ਹੁੰਦਾ ਪਿਆ ਹੈ। ਆਪਣਾ ਹਿੱਸਾ ਪਾਈਏ, ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ ਸਮਝਾਈਏ। ਸ਼ਾਇਦ ਸਾਡੀ ਆਵਾਜ਼ ਦੇ ਉੱਤੇ ਕੋਈ ਇੱਕ ਬੱਚਾ ਵੀ ਰਾਹ ਰਾਸਤੇ ਆ ਜਾਵੇ ਤੇ ਅਸੀਂ ਸਮਝਾਂਗੇ ਕਿ ਸਾਡੀ ਗੱਲਬਾਤ ਸੂਦਮੰਦ ਸਾਬਤ ਹੋਈ। ਤੇ ਆਓ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਦਾ ਮੁੱਢ ਬੰਨ੍ਹਦੇ ਹਾਂ। अस्सलाम वालेकुम डॉक्टर साहब। वालेकुम अस्सलाम वरहमतुल्लाह। हजूर, जैसा कि तुहाडी खिदमत दे विच मैं अर्ज़ कीता है, 2 वाक़ियात भी तुहानूं सुनाए ने। यह होए तो डॉक्टर साहब ये भी दोवें वारदातां सोशल मीडिया के जरिए ही होईयां ने ना जी, सोर्स तो यही बनिया। बिल्कुल सही, बिल्कुल। खलीलुर रहमान कमर साहब दे नाल जो होया सर वो भी, और जो इस बच्ची दे नाल होया उन्होंने भी बुला के गुजरां वाले बेआबरू कर दिता गया। डॉक्टर साहब एक साडा दोस्त सी ते वो ਕਹਿੰਦਾ ਹੁੰਦਾ ਸੀ ਕਿ ਜਿੰਨੀ ਦੇਰ ਤੱਕ ਦੁਨੀਆ ਦੇ ਉੱਤੇ ਲਾਲਚੀ ਇਨਸਾਨ ਜ਼ਿੰਦਾ ਨੇ, ਮੌਜੂਦ ਨੇ, ਉਨੀ ਦੇਰ ਤੱਕ ਫਰਾਡੀਆਂ ਦੇ ਫਰਾਡ ਨਹੀਂ ਮੁੱਕ ਸਕਦੇ। ਬਿਲਕੁਲ ਸਾਰੇ ਸਹੀ। ਬੰਦਾ ਕਿਸੇ ਨਾ ਕਿਸੇ ਲਾਲਚ ਵਿੱਚ ਆ ਜਾਂਦਾ ਹੈ, ਫਰਾਡੀਏ ਭੁੱਖੇ ਨਹੀਂ ਮਰ ਸਕਦੇ। ਹਾਂ ਜੀ, ਔਰ ਫਿਰ ਉਹਦੇ ਨਾਲ ਧੋਖਾ ਹੋ ਜਾਂਦਾ, ਉਹਦੇ ਨਾਲ ਜ਼ਿਆਦਤੀ ਹੋ ਜਾਂਦੀ ਹੈ। ਬਿਲਕੁਲ ਸਹੀ। ਜਿਵੇਂ ਕਿ ਇਹਨਾਂ ਦੋਵਾਂ ਵਾਕਿਆਤ ਦੇ ਵਿੱਚ ਹੋਈ। ਉਹ ਹੁਣ ਕਮਬਖਤ ਨੌਜਵਾਨ ਜਿਹਨੇ ਬੁਲਾਇਆ ਉਸ ਲੜਕੀ ਨੂੰ, ਧੋਖਾ ਕਰਕੇ ਹੀ ਬੁਲਾਇਆ ਨਾ ਜੀ, ਉਹਨੂੰ ਵਿਖਾਲਾ ਕੋਈ ਹੋਰ ਦਿੱਤਾ ਹੋਣਾ, ਕੀਤਾ ਖੁਸ਼ ਹੋ, ਕੋਈ ਸਬਜ਼ ਬਾਗ ਹੋਰ ਦਿਖਾਏ ਹੋਣੇ ਨੇ। ਹਾਏ ਹਾਏ ਹਾਏ। ਜਦੋਂ ਉਹ ਆ ਗਈ ਤੇ ਫਿਰ ਉਹਦੇ ਨਾਲ ਉਹਨੇ ਹਨੇਰ ਮਚਾ ਦਿੱਤਾ। ਤੋਬਾ ਅਸਤਗਫੁਰ। ਔਰ ਨਾਲ ਦੇਖੋ ਤੁਸੀਂ ਕਿ ਕੈਸੀ ਸਾਡੇ ਮੁਲਕ ਦੇ ਵਿੱਚ ਇਹ
ਇੱਕ ਜ਼ਿਆਦਤੀ ਕੀਤੀ ਜਾਂਦੀ ਹੈ ਕਿ ਆਪਣੇ ਘਿਨਾਉਣੇ ਅਫਆਲ ਦੇ ਵਿੱਚ ਦੂਸਰਿਆਂ ਨੂੰ ਵੀ ਸ਼ਰੀਕ ਕਰਦੇ ਨੇ ਡਾਕਟਰ ਸਾਹਿਬ। ਅਸਤਗਫੁਰ ਹਾਂਜੀ, ਔਰ ਇਹ ਇੱਕ ਹੋਰ ਘਟੀਆ ਹਰਕਤ ਹੈ, ਬਹੁਤ ਔਰ ਘਟੀਆ, ਗੰਦੀ ਹਰਕਤ ਹੈ। ਬੜੀ ਗੰਦੀ ਹਰਕਤ ਹੈ ਡਾਕਟਰ ਡਾਕਟਰ ਸਾਹਿਬ ਤੁਸੀਂ ਮਾਸ਼ਾਅੱਲਾ ਬੜੇ ਜਹਾਨ ਦੀਦਾ, ਅੱਲਾਹ ਪਾਕ ਦਾ ਕਰਮ ਹੈ, ਤੁਹਾਡਾ ਤਜਰਬਾ ਵੀ ਬੜਾ ਹੈ। ਹੁਣ ਤੇ ਚਲੋ ਸਾਰੇ ਸੋਸ਼ਲ ਮੀਡੀਆ ਦੀ ਵੀ ਗੱਲ ਕਰਨੇ ਆ, ਇੱਕ ਜਦੀਦ ਤਰੀਨ ਸ਼ਕਲ ਹੋ ਗਈ ਹੈ ਧੋਖੇ ਤੇ ਫਰਾਡ ਦੀ, ਜਿਹੜਾ ਕਿ ਮੁਸ਼ਤਹਿਰ ਕਰਕੇ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਜ਼ਰੀਏ ਵੀ। ਤੇ ਕਿਆ ਡਾਕਟਰ ਸਾਹਿਬ ਮਾਜ਼ੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ? ਮਸਲਨ ਅੱਜ ਤੋਂ ਕੋਈ 3-4 ਅਸ਼ਰੇ ਪਹਿਲੇ ਜਦੋਂ ਤੁਸੀਂ ਨੌਜਵਾਨ ਸੋ, ਉਦੋਂ ਵੀ ਇੰਨੀ ਹੋਈ ਧੋਖੇਬਾਜ਼ੀ ਹੀ, ਲੋਕੀ ਇੱਕ ਦੂਜੇ ਨਾਲ ਇੰਝ ਹੀ ਫਰਾਡ ਕਰਦੇ ਹਨ ਕਿ ਉਦੋਂ ਕੋਈ ਭਲਾ ਸਮਾਂ ਸੀ? ਡਾਕਟਰ ਸਾਹਿਬ ਮਾਸ਼ਾਅੱਲਾ ਤੁਸੀਂ ਮੁਆਸ਼ਰੇ ਦੀ ਨਬਜ਼ ਤੇ ਹੱਥ ਰੱਖਦੇ ਹੋ ਹਰ ਵੇਲੇ ਸਰ ਔਰ ਦਰਦ ਰੱਖਦੇ ਹੋ ਇਸ ਮੁਆਸ਼ਰੇ ਦੇ ਵਾਸਤੇ ਜੀ ਸਰ। ਔਰ ਘੰਟੀ ਵਜਾਉਂਦੇ ਰਹਿੰਦੇ ਹੋ ਕਿ ਯਾਰ ਇਹ ਰਸਤਾ ਸਹੀ ਨਹੀਂ ਜੇ, ਇਹ ਰਸਤਾ ਸਹੀ ਹੈ। ਡਾਕਟਰ ਸਾਹਿਬ ਸਾਡਾ ਮੁਝੇ ਹੈ ਹੁਕਮ ਹੈ ਅਜ਼ਾਨ ਲਾ ਇਲਾਹਾ ਇल्लल्लाह। ਕੁਛ ਕਹਿਣਾ ਤੇ ਚਾਹੀਦਾ ਨਾ, ਆਪਣਾ ਹਿੱਸਾ ਤੇ ਅੱਲਾਹ ਆਪਣੇ ਹਿੱਸੇ ਕੀ ਕੋਈ ਸ਼ਮਾ ਜਲਾਤੇ ਜਾਤੇ। ਆਮੀਨ ਆਮੀਨ। ਡਾਕਟਰ ਸਾਹਿਬ ਇੱਕ ਤੇ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ 25 ਕਰੋੜ ਦੇ ਵਿੱਚੋਂ ਕੋਈ 19 ਕਰੋੜ ਤੋਂ ਵੱਧ ਬੰਦੇ ਨੇ ਜਿਨ੍ਹਾਂ ਦੇ ਕੋਲ ਸੈੱਲ ਫੋਨ ਹੈ। ਜੀ ਆ ਸਹੀ ਸਰ। ਤੇ ਮੈਨੂੰ ਇੱਕ ਲਤੀਫਾ ਯਾਦ ਆ ਗਿਆ, ਉਹ ਜਿਹੜੇ ਮਜ਼ਾਈਆ ਬੰਦੇ ਹੁੰਦੇ ਨੇ ਸਰ ਉਹਨੂੰ ਕਿਸੇ ਨੇ ਪੁੱਛਿਆ ਭਾਈ ਤੁਹਾਡੇ ਕਿੰਨੇ ਬੱਚੇ ਨੇ ਜੀ? ਉਹਨੇ ਕਿਹਾ ਜੀ ਮੇਰੇ 3 ਬੱਚੇ ਨੇ, 1 ਟੈਲੀਫੋਨ। ਅੱਛਾ, 1 ਸੈੱਲ ਫੋਨ। ਯਾਨੀ ਕਿ ਵੇਖੋ ਨਾ, ਉਹ ਵੀ ਇੱਕ ਫੈਮਿਲੀ ਦਾ ਮੈਂਬਰ ਹੀ ਬਣ ਗਿਆ। ਵਾਹ ਜੀ ਵਾਹ। ਉਹ ਨਾ ਹੋਵੇ ਤਾਂ ਬੰਦਾ ਉਦਾਸ ਹੋ ਜਾਂਦਾ। ਇਸ ਤਰ੍ਹਾਂ ਹੀ ਡਾਕਟਰ ਸਾਹਿਬ, ਇਸ ਤਰ੍ਹਾਂ ਹੀ। ਔਰ ਡਾਕਟਰ ਸਾਹਿਬ ਦੇਖੋ ਐਡਿਕਸ਼ਨ ਜਿਹੜੀ ਹੈ ਨਾ ਜੀ, 2 ਕਿਸਮ ਦੀ ਜੀ। ਇੱਕ ਤੇ ਐਡਿਕਸ਼ਨ ਹੈ ਚਰਸ, ਅਫੀਮ, ਗੋਲੀਆਂ, ਨਸ਼ੇ, ਟੀਕੇ, ਦਵਾਈਆਂ, ਸ਼ਰਾਬ, ਚਰਸ ਔਰ ਨਸਵਾਰ। ਉਹਨੂੰ ਤਾਂ ਅਸੀਂ ਕਹਿੰਦੇ ਆ ਕਿ ਜਿਹੜੀ ਐਡਿਕਸ਼ਨ ਹੈ ਕੈਮੀਕਲ ਦੀ ਐਡਿਕਸ਼ਨ ਹੈ। ਇੱਕ ਡਾਕਟਰ ਸਾਹਿਬ ਐਡਿਕਸ਼ਨ ਹੈ ਜਿਹੜੀ ਸੈੱਲ ਫੋਨ ਦੀ ਐਡਿਕਸ਼ਨ ਹੈ। ਬਿਲਕੁਲ ਐਸਾ ਹੀ, ਸਕਰੀਨ ਐਡਿਕਸ਼ਨ। ਅੱਲਾਹ ਤੁਹਾਡਾ ਭਲਾ ਕਰੇ। ਇਸ ਐਡਿਕਸ਼ਨ ਦੇ ਵਿੱਚ ਸਾਡੇ ਬੱਚੇ ਵੀ ਆ ਗਏ ਨੇ, ਵੱਡੇ ਵੀ ਆ ਗਏ ਨੇ, ਬਜ਼ੁਰਗ ਵੀ ਆ ਗਏ ਨੇ। ਔਰ ਇਹ ਦੇਖੋ ਜਿਹੜੀ ਤੇ ਅਮਰੀਕਨ ਬੱਚਿਆਂ ਦੀ ਜਿਹੜੀ ਐਸੋਸੀਏਸ਼ਨ ਹੈ ਔਰ ਕੈਨੇਡੀਅਨ ਜਿਹੜੀ ਐਸੋਸੀਏਸ਼ਨ ਹੈ, ਉਹ ਤਾਂ ਕਹਿੰਦੇ ਨੇ ਜੀ ਕਿ 5 ਸਾਲ ਤੋਂ ਛੋਟੇ ਬੱਚੇ ਨੂੰ ਅਗਰ ਤੁਸੀਂ ਇਹ ਛੋਟੀ ਸਕਰੀਨ ਉਹਦੇ ਹੱਥ 'ਚ ਫੜਾਓਗੇ ਤੇ ਤੁਸੀਂ ਸਮਝੋ ਕਿ ਉਸ ਬੱਚੇ ਦੇ ਮੁਸਤਕਬਲ ਨੂੰ ਤੁਸੀਂ ਬਰਬਾਦ ਕਰਦੇ ਪਏ। ਇੰਨਾ ਖਤਰਨਾਕ, ਕਿਉਂਕਿ ਦਿਮਾਗ ਦੇਖੋ ਨਾ ਜੀ ਇੱਕ ਡਿਵੈਲਪਿੰਗ ਸਟੇਜ 'ਚ ਬਿਲਕੁਲ ਇੱਕ ਕੋਰਾ ਕਾਗਜ਼ ਹੈ, ਉਹਦੇ ਤੇ ਤੁਸੀਂ ਜੋ ਲਿਖ ਦੇਣਾ ਉਹ ਪ੍ਰਿੰਟ ਹੋ ਜਾਣਾ। ਫਿਰ ਉਹ ਬੱਚੇ ਜਿਹੜੇ ਨੇ ਇਹ ਹੀ ਫਿਰ ਕ੍ਰਿਮੀਨਲ ਬਣਦੇ ਨੇ। ਮਾਂ ਪਿਓ ਦਾ ਅਦਬ ਇਹਨਾਂ ਦੇ ਕੋਲੋਂ ਦੂਰ ਹੋ ਜਾਂਦਾ ਹੈ, ਦੀਨ ਤੋਂ ਡੈਵੀਏਟ ਹੋ ਜਾਂਦੇ ਨੇ, ਆਪਣੀਆਂ ਮਰਜ਼ੀਆਂ ਕਰਦੇ ਨੇ। ਤੇ ਇਹ ਬੜੀ ਜ਼ਰੂਰੀ ਗੱਲ ਹੈ ਕਿ ਇਸ ਚੀਜ਼ ਤੋਂ ਇਜਤਨਾਬ ਕੀਤਾ ਜਾਏ। ਇਹ ਸਰ ਵੇਖੋ ਨਾ ਡਾਕਟਰ ਸਾਹਿਬ, ਆਲਮੀ ਯਲਗਾਰ ਹੈ। ਦੇਖੋ ਨਾ, ਸਾਡਾ ਇੱਕ ਕਲਚਰ ਹੈ, ਇਸਲਾਮਿਕ ਕਲਚਰ ਹੈ, ਸਾਡੇ ਦੇਸ਼ ਪੰਜਾਬ ਦਾ ਸਾਡਾ ਇੱਕ ਰਹਿਣ ਸਹਿਣ ਹੈ, ਇੱਕ ਵਸੇਬ ਦੀਆਂ ਰਵਾਇਤ ਨੇ। ਬਿਲਕੁਲ ਬਿਲਕੁਲ। ਉੱਥੇ ਤਾਂ ਸਾਰਿਆਂ ਨੂੰ ਪੂਰੀ ਦੁਨੀਆ ਤੁਹਾਡੇ ਬੂਹੇ ਆ ਖੜਕਾਉਂਦੀ ਹੈ। ਜਦੋਂ ਤੁਸੀਂ ਛੋਟੇ ਜਿਹੇ ਬੱਚੇ ਦੇ ਹੱਥ 'ਚ ਫੜਾ ਦਿੰਦੇ ਹੋ, ਬਿਲਕੁਲ, ਤੇ ਉਹ ਕੀ ਅਗਲੀ ਪੋਸਟ ਵੇਖ ਰਿਹਾ, ਉਹ ਕੋਈ ਅਮਰੀਕਨ, ਕੋਈ ਗੋਰਾ ਕਿਸੇ ਗੋਰੀ ਕੋਲ ਬੈਠਾ ਹੈ, ਜਾਂ ਮੇਰਾ ਮਤਲਬ ਇਹ ਹੈ ਕਿ ਉਹ ਸਾਡੇ ਕਲਚਰ ਤੋਂ ਹੀ ਹਟ ਜਾਂਦਾ, ਉਹ ਬੱਚਾ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ। ਡਾਕਟਰ ਸਾਹਿਬ ਈਵਨ ਤੁਸੀਂ ਕਾਰਟੂਨ ਵੀ ਅਗਰ ਵੇਖ ਲਵੋ ਜੀ, ਤੇ ਉਹ ਕਾਰਟੂਨਾਂ ਦੇ ਵਿੱਚ ਵੀ ਕੋਈ ਸੁਪਰ ਨੈਚੁਰਲ ਚੀਜ਼ਾਂ ਇਹੋ ਜਿਹੀਆਂ ਵਹਾਉਂਦੇ ਨੇ ਕਿ ਉਹਦੇ ਵਿੱਚ ਵੀ ਉਹ ਤੇ ਦੇਖੋ ਜੀ, ਜਿਹੜਾ ਵੈਸਟ ਹੈ ਉਹ ਤੇ ਆਪਣਾ ਮੈਸੇਜ ਕਨਵੇ ਕਰਦਾ ਪਿਆ ਸਾਰੀ ਦੁਨੀਆ ਦੇ ਉੱਤੇ। ਡਾਕਟਰ ਸਾਹਿਬ ਬੱਚੇ ਬਦ ਅਖਲਾਕ ਕਿਉਂ ਹੋ ਰਹੇ ਨੇ ਕਿ ਕਾਰਟੂਨ ਜਿਹੜਾ ਨਾ, ਹਾਲਾਂਕਿ ਇੱਕ ਡਮੀ ਚੀਜ਼ ਹੈ, ਤੇ ਇੱਕ ਕਾਰਟੂਨ ਅਗਰ ਆਪਣੇ ਤੋਂ ਵੱਡੇ ਦੇ ਮੂੰਹ ਤੇ ਚੱਲਦੀ ਫਿਲਮ ਵਿੱਚ ਚਪੇੜ ਮਾਰ ਦਿੰਦਾ ਤਾਂ ਬੱਚਾ ਤੇ ਮੈਸੇਜ ਲੈ ਲੈਂਦਾ ਨਾ। ਬਿਲਕੁਲ, ਉਹ ਕਨਸੀਵ ਕਰ ਗਿਆ ਬੱਚਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਇਹ ਜਿਹੜੇ ਫਰਾਡੀਏ ਲੋਕ ਨੇ ਨਾ ਜੀ, ਇਹ ਜਦੋਂ ਤੋਂ ਅੱਲਾਹ ਪਾਕ ਨੇ ਦੁਨੀਆ ਬਣਾਈ ਹੈ ਉਦੋਂ ਤੋਂ ਮੌਜੂਦ ਨੇ, ਔਰ ਸਾਡੇ ਸ਼ਹਿਰ ਦੇ ਵਿੱਚ ਵੀ ਮੌਜੂਦ ਨੇ ਜੀ ਸਰ, ਔਰ ਪੂਰੀ ਦੁਨੀਆ ਦੇ ਉੱਤੇ ਮੌਜੂਦ ਨੇ ਸਰ। ਔਰ ਇਹ ਹਰ ਵਕਤ ਇਸ ਚੀਜ਼ 'ਚ ਰਹਿੰਦੇ ਨੇ ਕਿ ਸਾਦਾ ਲੋਕ ਬੰਦਿਆਂ ਨੂੰ ਕਿਵੇਂ ਅਸੀਂ ਆਪਣੇ ਕਾਬੂ 'ਚ ਲਿਆਈਏ, ਹੱਤਾ ਕਿ ਪੜ੍ਹੇ ਲਿਖੇ ਲੋਕ ਸਰ। ਕਿਉਂਕਿ ਸਾਡਾ ਤਲਕ ਤੇ ਡਾਕਟਰ ਕਮਿਊਨਿਟੀ ਦੇ ਨਾਲ ਹੈ ਜੀ। 2-3 ਐਸੇ ਵਾਕਿਆਤ ਨੇ ਮੈਂ ਤੁਹਾਨੂੰ ਸੁਣਾਵਾਂ ਸਰ। ਇੱਕ ਸਾਡੇ ਦੋਸਤ ਹਨ ਡਾਕਟਰ ਸਾਹਿਬ, ਅੱਲਾਹ ਪਾਕ ਜੰਨਤ ਨਸੀਬ ਕਰੇ, ਉਹਨਾਂ ਦਾ ਇੰਤਕਾਲ ਹੋ ਗਿਆ ਸਰ। ਉਹ ਆਪਣੇ ਕਲੀਨਿਕ ਤੇ ਬੈਠੇ ਹੋਏ ਸਨ ਤੇ ਇੱਕ ਬੰਦਾ ਆ ਗਿਆ, ਉਹਨੇ ਆ ਕੇ ਕਿਹਾ ਕਿ ਜੀ ਇਸ ਤਰ੍ਹਾਂ ਕੋਈ ਸਾਡੇ ਅਜ਼ੀਜ਼ ਨੇ, ਉਹਨਾਂ ਦੀ ਡਾਕਟਰ ਸਾਹਿਬ ਬੱਚੀ ਨਸ਼ਾ ਕਰਨ ਲੱਗ ਪਈ ਸੀ ਸਰ, ਤੇ ਉਹ ਪਤਾ ਲੱਗਿਆ ਘਰਦਿਆਂ ਨੂੰ ਤੇ ਉਹਨਾਂ ਨੇ ਨਸ਼ਾ ਛੁਡਾ ਦਿੱਤਾ ਜੀ, ਤੇ ਜਨਾਬ ਉਹਦੀ ਹਾਲਤ ਬੜੀ ਖ਼ਰਾਬ ਹੈ, ਕੋਈ ਮਿਹਰਬਾਨੀ ਕਰੋ। ਬਾਪਰਦਾ ਅੱਛੀ ਫੈਮਿਲੀ ਹੈ, ਉਹ ਨਹੀਂ ਚਾਹੁੰਦੇ ਇੱਥੇ ਲਿਆਉਣ ਕਲੀਨਿਕ ਤੇ
ਤੇ ਘਰ ਚੱਲ ਕੇ ਦੇਖ ਲਓ ਜੀ। ਡਾਕਟਰ ਸਾਹਿਬ ਨੇ ਕਿਹਾ ਚਲੋ ਕੋਈ ਐਮਰਜੈਂਸੀ ਤੇ ਹੈ ਨਹੀਂ। ਹਾਂ ਉਹ ਡਾਕਟਰਾਂ ਨੂੰ ਵੀ ਪਤਾ ਹੈ ਕਿ ਜਦੋਂ ਕੋਈ ਚੀਜ਼ ਬੰਦਾ ਨਸ਼ਾ ਛੱਡਦਾ ਨਾ ਜੀ ਉਹਦੇ ਵਿਦਡਰਾਲ ਸਿੰਪਟਮਸ ਹੁੰਦੇ ਨੇ, ਹਾਂ ਉਹਦੇ ਚ ਅਗਰੈਸਿਵਨੈਸ ਹੋ ਸਕਦੀ ਹੈ ਜਾਂ, ਲੇਕਿਨ ਘਰ ਵਾਲਿਆਂ ਨੂੰ ਤਾਂ ਨਹੀਂ ਵਿਚਾਰਿਆਂ ਨੂੰ ਪਤਾ ਹੁੰਦਾ। ਜੀ ਖੈਰ ਜਨਾਬ ਕਿੱਸਾ ਮੁਕਸਿਰ, ਉਹ ਡਾਕਟਰ ਸਾਹਿਬ ਆਪਣਾ ਕਲੀਨਿਕ ਬੰਦ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਨਾਲ ਗਏ ਤੇ ਉਹਨਾਂ ਨੇ ਉੱਥੇ ਉਹਨਾਂ ਦੇ ਜਿਹੜੇ ਚੌਧਰੀ ਸਾਹਿਬ ਸਨ ਉਹਨਾਂ ਦੀ ਬੈਠਕ ਦੇ ਵਿੱਚ ਕੁਝ ਹੋਰ ਲੋਕ ਵੀ ਬੈਠੇ ਸਨ, ਬੜੀ ਆਓ ਭਗਤ ਕੀਤੀ ਉਹਨਾਂ ਦੀ ਸਰ। ਔਰ ਉਹਨਾਂ ਕਿਹਾ ਜੀ ਚਾਹ ਪਾਣੀ ਰੱਖੋ। ਤੇ ਉਹ ਡਾਕਟਰ ਸਾਹਿਬ ਜਦੋਂ ਚਾਹ ਪੀਂਦੇ ਪਏ ਸਨ ਨਾ ਜੀ ਸਰ ਤੇ ਕੁਝ ਲੋਕ ਉੱਥੇ ਤਾਸ਼ ਖੇਡਦੇ ਪਏ ਸਨ ਤੇ ਉਹ ਡਾਕਟਰ ਸਾਹਿਬ ਵੀ ਜ਼ਰਾ ਥੋੜਾ ਜਿੰਨਾ ਇਸ ਇੰਤਜ਼ਾਰ 'ਚ ਉਹ ਬੱਚੀ ਆਂਦੀ ਏ ਤੇ ਉਹ ਉਹਦੇ 'ਚ ਇੰਟਰਸਟ ਲੈਣ ਲੱਗ ਪਏ ਤਾਸ਼ ਖੇਡਣ ਵਾਲਿਆਂ ਦੇ ਵਿੱਚ। ਨਾਲੇ ਜਿੰਨੀ ਦੇਰ ਚਾਹ ਆਉਂਦੀ ਉਹ ਡਾਕਟਰ ਸਾਹਿਬ ਧਿਆਨ ਉਹਨਾਂ ਨੇ ਕਿਹਾ ਕਿ ਚਲੋ ਵੇਖੀਏ ਵੀ ਕਿਹੜਾ ਜਿੱਤਦਾ ਕਿਹੜਾ ਜਿੱਤਦਾ ਪਿਆ। ਉਹ ਹੁਣ ਜਨਾਬ ਅਲੀ ਉਹ ਜਿਹੜਾ ਇੱਕ ਬੰਦਾ ਖੇਲਦਾ ਪਿਆ ਸੀ ਨਾ ਉਹਦੇ ਨਾਲ ਬੈਠਾ, ਉਹ ਡਾਕਟਰ ਸਾਹਿਬ ਨੇ ਉਹਨੂੰ ਕੋਈ ਇੱਕ ਦੋ ਹਿੰਟ ਦਿੱਤੇ ਕਿ ਯਾਰ ਇਹ ਪਤਾ ਨਹੀਂ ਇਹ ਹੱਥ ਫੜਿਆ ਗਿਆ ਨਹੀਂ ਇਹ ਸੁੱਟ। ਹਾਂ ਉਹ ਜਦੋਂ ਉਹਨੇ ਉਸ ਬੰਦੇ ਨੇ ਉਹ ਪੱਤੇ ਡਾਕਟਰ ਸਾਹਿਬ ਦੇ ਹੱਥ 'ਚ ਫੜਾ ਦਿੱਤੇ। ਉਹ ਜਦੋਂ ਉਹਨਾਂ ਨੇ ਵੇਖਿਆ ਨਾ ਕਿ ਡਾਕਟਰ ਸਾਹਿਬ ਵੀ ਖੇਡਣ ਲੱਗ ਪਏ ਨੇ ਤੇ ਉਹਨਾਂ ਨੇ ਆ ਕੇ ਕਿ ਉਹਨਾਂ ਨੇ ਕਿਹਾ ਭਾਜੀ ਉਹ ਤੇ ਜਿਹੜੀ ਹੈ ਨਾ ਉਹ ਬੱਚੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ, ਉਹਨੂੰ ਲਾਹੌਰ ਲੈ ਗਏ। ਡਾਕਟਰ ਸਾਹਿਬ ਜਿਹੜੇ ਨੇ ਹੁਣ ਉਹ ਜਦੋਂ ਗੇਮ ਖਤਮ ਹੋਈ ਉਹ ਜ਼ਾਹਿਰ ਉਹ ਤੇ ਜਿੱਤ ਹੀ ਗਏ ਸਨ। ਉਹਨਾਂ ਨੇ ਜਨਾਬ ਅਲੀ ਨਾ ਉਹਨਾਂ ਨੇ ਕਿਹਾ ਮੁਬਾਰਕ ਹੋਵੇ, ਚਲੋ ਜੀ ਉਹਨਾਂ ਨੇ ਕੋਈ ਥੋੜੇ ਬਹੁਤ ਪੈਸੇ ਦੇ ਦਿੱਤੇ ਉਹਨਾਂ ਨੂੰ। ਡਾਕਟਰ ਸਾਹਿਬ ਨੂੰ ਇੱਕ ਵਾਰੀ ਯਾਨੀ ਉਹਨਾਂ ਨੇ ਜਿਤਾਇਆ ਕੋ 5-10 ਹਜ਼ਾਰ ਆ ਦੇ ਦਿੱਤਾ ਜਨਾਬ। ਉਹ ਕਿੱਸਾ ਮੁਕਸਿਰ ਜਨਾਬ ਕੇ ਫਿਰ ਉੱਥੇ ਉਹ ਗੇਮ ਚੱਲ ਪਈ। ਇੰਨੀ ਦੇਰ 'ਚ ਕੋਈ ਬੰਦਾ ਰੋਟੀ ਵੀ ਲੈ ਚਲਾ ਗਿਆ ਕਿ ਯਾਰ ਰੋਟੀ ਲੈ ਆਵੋ। ਉਹਨਾਂ ਪੈਸਿਆਂ 'ਚ ਥੋੜੇ ਥੋੜੇ ਪੈਸੇ ਦਿੱਤੇ ਜੀ ਜੀ। ਤੇ ਡਾਕਟਰ ਸਾਹਿਬ ਹੁਣ ਜਿਹੜੇ ਨੇ ਫਿਰ ਉਹ ਰਾਤੀ ਕੋਈ 2-2:30 ਵਜੇ ਤੱਕ ਕੋਈ 2 ਲੱਖ ਰੁਪਈਆ ਹਾਰ ਗਏ ਜਨਾਬ ਉੱਥੇ। ਅੱਛਾ। ਉਹ ਜਦੋਂ ਉੱਥੇ ਹਾਰ ਗਏ ਤੇ ਉਹ ਬੰਦੇ ਉਹ ਜਿਹੜੇ ਸਨ ਉਹਨਾਂ ਨੇ ਉਹ ਤੇ ਪ੍ਰੀ ਪਲਾਨ ਸੀ ਨਾ ਜੀ ਸਾਰਾ। ਬੱਚੀ ਉਹਨਾਂ ਦੀ ਬਿਮਾਰ ਹੈ ਹੀ ਕੋਈ ਨਹੀਂ ਸੀ, ਉਹਨਾਂ ਨੇ ਪਲਾਨ ਕਰਕੇ ਲਿਆਂਦਾ ਸੀ ਉਹ ਜਨਾਬ ਅਲੀ ਨਾ। ਉਹਨਾਂ ਨੇ ਖੈਰ ਡਾਕਟਰ ਸਾਹਿਬ ਕੋ ਕਾਗਜ਼ ਤੇ ਲਿਖਵਾ ਲਿਆ। ਉਹ ਬੰਦੇ ਜਿਹੜੇ ਹੈ ਸਨ ਉਹ ਪੀਪਲਸ ਕਲੋਨੀ ਦੇ ਬੰਦੇ ਸਨ, ਬੜੇ ਉੱਥੋਂ ਦੇ ਕ੍ਰਿਮੀਨਲ ਕਿਸਮ ਦੇ ਬੰਦੇ ਸਨ। ਉਹ ਅਗਲੇ ਦਿਨ ਡਾਕਟਰ ਸਾਹਿਬ ਨੂੰ ਕਹਿਣ ਕਿ ਜੀ ਪੈਸੇ ਦਿਓ। ਕਲੀਨਿਕ ਤੇ ਆ ਕੇ ਬਦਤਮੀਜ਼ੀ ਕੀਤੀ ਉਹਨਾਂ ਨੇ। ਖੈਰ ਉਹ ਅਸੀਂ ਵਿੱਚ ਪਏ ਕੋਈ ਹੋਰ ਦੋਸਤ ਅਹਿਬਾਬ ਪਏ 50,000 ਰੁਪਏ ਦੇ ਵਿੱਚ ਉਹਨਾਂ ਦੀ ਡਾਕਟਰ ਸਾਹਿਬ ਦੀ ਜਾਨ ਛੁਡਾਈ। ਭਲਿਆਂ ਵੇਲਿਆਂ ਦੀ ਡਾਕਟਰ ਸਾਹਿਬ, ਮੈਂ ਤੁਹਾਨੂੰ ਗੱਲ ਸੁਣਾਉਂਦਾ। ਇਸੇ ਤਰ੍ਹਾਂ ਹੀ ਇੱਕ ਡਾਕਟਰ ਸਾਹਿਬ ਸਨ ਜਿਹੜੇ ਕਿ PMA ਦੇ ਪ੍ਰੈਜ਼ੀਡੈਂਟ ਵੀ ਰਹੇ ਸਾਡੇ। ਅੱਛਾ। ਗੁਜਰਾਂਵਾਲਾ ਦੇ ਜੀ। ਔਰ ਬੜੇ ਸੀਨੀਅਰ ਡਾਕਟਰ ਸਨ ਸਰ। ਉਹ ਆਪਣੇ ਕਲੀਨਿਕ ਤੇ ਬੈਠੇ ਹੋਏ ਸਨ ਤੇ ਇੱਕ ਖਤੂਨ ਉਹਨਾਂ ਦੇ ਕੋਲ ਆਈ ਜੀ। ਔਰ ਉਹਨੇ ਆ ਕੇ ਕਿਹਾ ਜੀ ਕਿ ਉਹ ਤੁਹਾਡੇ ਘਰ ਫਲਾਨੀ ਜਿਹੜੀ ਬੀਬੀ ਕੰਮ ਕਰਦੀ ਨਾ ਜੀ ਮੇਰੀ ਉਹ ਕੁੜਮਣੀ ਹੈ ਜੀ। ਤੇ ਉਹਨਾਂ ਨੇ ਕਿਹਾ ਮਰੀਜ਼ ਕੋਈ ਦਿਖਾਣਾ ਹੋਏਗਾ। ਤੇ ਉਹਨਾਂ ਨੇ ਕਿਹਾ ਦੱਸੋ ਬੀਬੀ ਕੀ ਗੱਲ ਹੈ। ਉਹਨੇ ਕਿਹਾ ਜੀ ਇਹ ਮੇਰੇ ਕੁਝ ਅਜ਼ੀਜ਼ ਨੇ ਦੂਜੇ ਸ਼ਹਿਰੋਂ ਆਏ ਨੇ ਤੇ ਮੈਂ ਅਕਸਰ ਇਹਨਾਂ ਦੇ ਕਿ ਤੁਹਾਡਾ ਜ਼ਿਕਰ ਕਰਨੀ ਹੁੰਦੀ ਸਾਂ ਕਿ ਬੜੇ ਰਹਿਮ ਦਿਲ ਨੇ, ਬੜੇ ਅੱਛੇ ਨੇ ਤੇ ਇਹਨਾਂ ਦੀ ਗੱਲ ਸੁਣ ਲਓ ਜੀ। ਉਹ ਜਨਾਬ ਉਹਨਾਂ ਨੇ ਕਿਹਾ ਬੰਦਿਆਂ ਨੂੰ, ਹਾਂ ਵੀ ਦੱਸੋ ਕੀ ਗੱਲ ਹੈ। ਉਹਨਾਂ ਨੇ ਕਿਹਾ ਜੀ ਗੱਲ ਅਸੀਂ ਤੁਹਾਡੇ ਨਾਲ ਤਨਹਾਈ 'ਚ ਕਰਨੀ ਹੈ ਜ਼ਰਾ ਗੱਲ ਸਾਡੀ। ਉਹਨਾਂ ਨੇ ਕਿਹਾ ਠੀਕ ਹੈ ਫਿਰ ਮੇਰਾ ਇੰਤਜ਼ਾਰ ਕਰੋ। ਡਾਕਟਰ ਸਾਹਿਬ ਜਦੋਂ ਫਾਰਗ ਹੋਏ ਉਹ ਆਏ। ਉਹਨਾਂ ਨੇ ਕਿਹਾ ਜੀ ਅਸੀਂ ਘੁਮਿਆਰ ਹੈਗੇ ਹਾਂ ਤੇ ਅਸੀਂ ਲੋਕਾਂ ਦਾ ਮਲਬਾ ਸ਼ਲਬਾ ਚੁੱਕਨੇ ਠੇਕਾ ਹੀ ਕਰ ਲੈਂਦੇ ਹਾਂ ਤੇ ਅਸੀਂ ਫਲਾਨੀ ਜਗ੍ਹਾ ਦੇ ਉੱਤੇ ਖੁਦਾਈ ਕੀਤੀ ਹੈ ਤੇ ਜਨਾਬ ਉੱਥੋਂ ਨੀਆਂ ਪੁੱਟੀਆਂ ਨੇ ਤੇ ਇਹ ਕੋਈ ਸੋਨਾ ਨਿਕਲਿਆ ਜਨਾਬ। ਉਹਨਾਂ ਨੇ ਕੋਈ ਉਹਨਾਂ ਨੂੰ ਵਹਾਇਆ ਡਾਕਟਰ ਸਾਹਿਬ ਨੂੰ ਤੇ ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਇਸ ਕਾਬਲ ਨਹੀਂ ਹੈਗੇ, ਅਸੀਂ ਜਾ ਕੇ ਅਗਰ ਕਿਸੇ ਨੂੰ ਵਹਾਇਆ ਤੇ ਸਾਨੂੰ ਤੇ ਉਹਨਾਂ ਨੇ ਫੜ ਲੈਣਾ ਤੇ ਤੁਹਾਡੇ ਤੇ ਅੱਲਾ ਦਾ ਕਰਮ ਹੈ ਜਨਾਬ, ਤੁਸੀਂ ਮਿਹਰਬਾਨੀ ਕਰੋ ਸਾਡੀ ਮਦਦ ਕਰੋ। ਖੈਰ ਡਾਕਟਰ ਸਾਹਿਬ ਨੇ ਉਹਨਾਂ ਕੋਲੋਂ ਸੋਨਾ ਲੈ ਕੇ ਰੱਖ ਲਿਆ ਔਰ ਉਹ ਚਲੇ ਗਏ ਜਨਾਬ। ਉਹ ਡਾਕਟਰ ਸਾਹਿਬ ਨੇ ਸੁਨਿਆਰੇ ਨੂੰ ਵਹਾਇਆ। ਉਹਨਾਂ ਨੇ ਕਿਹਾ ਜੀ ਬੜਾ ਪਿਓਰ ਸੋਨਾ ਹੈਗਾ ਔਰ ਹੈ ਵੀ ਇਹ ਕੋਈ ਐਂਟੀਕ ਚੀਜ਼ ਹੈ, ਪੁਰਾਣੇ ਜ਼ਮਾਨੇ ਦੀ ਕੋਈ ਚੀਜ਼ ਹੈ। ਕੋਈ ਸਿੱਕੇ ਨਿਕਲੇ ਹੋਣੇ ਬਿਲਕੁਲ ਸਿੱਕੇ ਜਨਾਬ। ਉਹ ਜਨਾਬ ਅਲੀ ਨਾ ਉਹ ਡਾਕਟਰ ਸਾਹਿਬ ਨੇ ਰੱਖ ਲਏ। ਸੁਨਿਆਰੇ ਨੇ ਕਿਹਾ ਜੀ ਬੜਾ ਪਿਓਰ ਸੋਨਾ ਜਨਾਬ। ਔਰ ਖੈਰ ਜਨਾਬ ਉਹ ਜਨਾਬ ਕੁਛ ਦਿਨਾਂ ਦੇ ਬਾਅਦ ਆਏ ਔਰ ਡਾਕਟਰ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਨਾਬ, ਡਾਕਟਰ ਸਾਹਿਬ ਨੇ ਕਿਹਾ ਹੋਰ ਕਿੰਨੇ ਨੇ ਤੁਹਾਡੇ ਕੋਲ। ਉਹ ਤਾਂ ਪਹਿਲਾਂ ਹੀ ਲੈ ਕੇ ਆਏ ਹੋਏ ਸਨ। ਉਹਨਾਂ ਨੇ ਕਿਹਾ ਜੀ ਇਹ ਵੇ। ਡਾਕਟਰ ਸਾਹਿਬ ਨੇ ਨਾਲ ਹੀ 2 ਦੁਕਾਨਾਂ ਛੱਡ ਕੇ ਕਲੀਨਿਕ ਦੇ ਕਰਿਆਨੇ ਵਾਲੀ ਦੁਕਾਨ ਸੀ ਉੱਥੋਂ ਤਕੜੀ ਮੰਗਵਾਈ। ਉਹ ਤੋਲੇ ਉਹ ਕਿਲੋ ਦੇ ਕੋਲ ਹੈਗੇ ਸਨ। ਵਾਹ ਵਾਹ। ਸੋਨੇ ਦੇ ਸਿੱਕੇ ਵਾਹ ਵਾਹ। ਉਹ ਜਨਾਬ ਅਲੀ ਉਹਨਾਂ ਨੇ ਉਹਨਾਂ ਨੂੰ ਪੈਸੇ ਉਹ ਤਰਲੇ ਹੀ ਕਰਦੇ ਰਹੇ ਜੀ ਜ਼ਿਆਦਾ ਦਿਓ। ਉਹਨਾਂ ਕਿਹਾ ਬਸ ਇੰਨਾ ਹੀ ਹੈਗੇ ਨੇ, ਜਾਓ ਨਹੀਂ ਤੇ ਮੈਂ ਪੁਲਿਸ ਨੂੰ ਬੁਲਾ ਦਿਆਂ। ਖੈਰ ਉਹਨਾਂ ਨੇ ਪੈਸੇ ਲਏ। ਕਿੰਨੇ ਦਿੱਤੇ? 5 ਲੱਖ ਰੁਪਏ। 5 ਲੱਖ ਰੁਪਏ ਡਾਕਟਰ ਸਾਹਿਬ ਨੇ ਕਿਲੋ ਸੋਨਾ ਰੱਖ ਲਿਆ। ਹਾਂਜੀ ਕਿਲੋ ਤੋਂ ਵੀ ਵੱਧ ਹੀ ਹੈਗੇ ਸਨ। ਅੱਛਾ। ਕਿਉਂਕਿ ਉਹ ਤੋਲਿਆ ਦੇ ਆਮ ਕੱਡੇ ਦੇ ਉੱਤੇ
ਵਾਹ ਵਾਹ, ਸੋਨਾ ਤੋਲਣ ਵਾਲਾ ਜਿਹੜਾ ਜੀ ਉਹ ਤਾਂ ਬੜਾ ਸੈਂਸਿਟਿਵ ਹੁੰਦਾ ਹੈ। ਖੈਰ ਜਨਾਬ, ਉਹ ਜਦੋਂ ਚਲੇ ਗਏ ਤੇ ਉਹ ਡਾਕਟਰ ਸਾਹਿਬ ਨੇ ਉਹਨਾਂ ਦੇ ਬਸ ਵਿਚਾਰਿਆਂ ਦੇ ਜ਼ਿਹਨ 'ਚ ਨਹੀਂ ਨਾ ਰਹੀ। ਉਹ 5-7 ਦਿਨਾਂ ਬਾਅਦ ਉਹਨਾਂ ਨੇ ਕਿਹਾ ਕਿ ਯਾਰ ਅੱਧੇ ਘਰ ਰੱਖ ਲੈਣੇ ਆ, ਅੱਧੇ ਸੁਨਿਆਰੇ ਨੂੰ ਚੈੱਕ ਕਰਵਾਉਂਦੇ ਆ। ਹਾਂ, ਉਹ ਜਦੋਂ ਸੁਨਿਆਰੇ ਨੂੰ ਬੁਲਾਇਆ ਉਹਨੇ ਕਿਹਾ ਜੀ ਇਹ ਹੁਣ ਉਹ ਨਹੀਂ ਹੈਗੇ, ਇਹ ਤੇ ਤਾਂਬਾ ਹੈ ਕਿ ਪਤਾ ਨਹੀਂ ਕੀ ਹੈ, ਉਹ ਜਿਹੜੇ ਪਹਿਲੇ ਸਨ ਉਹ ਸਹੀ ਸੀ। ਦੇਖੋ ਨਾ ਡਾਕਟਰ ਸਾਹਿਬ, ਉਹ ਗੈਂਗ ਹੈਗਾ ਸੀ ਨਾ ਜੀ, ਔਰਤ ਦੇ ਵਿੱਚ ਇੱਕ ਬੰਦੇ ਨੇ ਨਾਲ ਪੜ੍ਹਿਆਂ ਲਿਖਿਆਂ ਨੂੰ। ਡਾਕਟਰ ਸਾਹਿਬ ਗੁਜ਼ਾਰਿਸ਼ ਇਹ ਵੇ ਕਿ ਉਹ ਪੜ੍ਹੇ ਲਿਖੇ ਟ੍ਰੈਪ ਇਸ ਵਾਸਤੇ ਹੋਏ ਕਿ ਉਹ ਲਾਲਚ ਵਿੱਚ ਆ ਗਏ, ਲਾਲਚ ਦੇ ਵਿੱਚ ਆ ਗਏ। ਅੱਗੇ ਤੁਹਾਨੂੰ ਅਰਜ਼ ਕੀਤੀ ਹੈ ਕਿ ਜਿੰਨੀ ਦੇਰ ਤੱਕ ਲਾਲਚੀ ਲੋਕ ਜ਼ਿੰਦਾ ਨੇ ਉਨੀ ਦੇਰ ਤੱਕ ਫਰਾਡੀਏ ਜਿਹੜੇ ਨੇ ਉਹ ਤੇ ਭੁੱਖੇ ਨਹੀਂ ਮਰਦੇ ਹੀ ਨਹੀਂ, ਉਹਨਾਂ ਦਾ ਫਰਾਡ ਚੱਲਦਾ ਹੀ ਰਹਿਣਾ। ਇਹ ਤੁਸੀਂ ਹੁਣ ਖਲੀਲੁਰ ਰਹਿਮਾਨ ਕਮਰ ਸਾਹਿਬ ਵਾਲੀ ਗੱਲ ਵੇਖ ਲਓ ਨਾ, ਇਹ ਜਿਹੜਾ ਸਾਨਹਾ ਹੈ ਜਾਂ ਇਹ ਜਿਹੜਾ ਵਾਕਿਆ ਹੈ, ਤੇ ਖਲੀਲੁਰ ਰਹਿਮਾਨ ਕਮਰ ਜਿਹੜੇ ਨੇ ਉਹ ਕੋ ਨਪੜ ਨੇ, ਉਹ ਵੀ ਤਾਂ ਪੜ੍ਹੇ ਲਿਖੇ ਹੀ ਨੇ ਨਾ, ਪੜ੍ਹੇ ਲਿਖੇ ਬੰਦੇ ਨੇ। ਉਹ ਸਰ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਜੇ, ਸੈਯਦ ਅਬਦੁਲ ਹਮੀਦ ਅਦਮ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬੜੇ ਪਿਆਰੇ ਸ਼ਾਇਰ ਹੋਏ ਨੇ। ਉਹਨਾਂ ਦਾ ਸ਼ੇਰ ਹੈ ਕਿ ਜੋ परिंदे निगाह रखते हैं सबसे पहले असीर होते हैं, हाय 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 अदम एहतियात लाजिम है लोग मुनकर नकीर होते हैं। हाय 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 हाय, ਤੁਸੀਂ ਦੇਖੋ ਨਾ, ਇਹ ਸਾਡੇ ਪੰਜਾਬੀ ਦੇ ਵਿੱਚ ਇੱਕ ਗੱਲ ਆਖਦੇ ਨੇ, ਖਾਨ ਪਾਉਂਦੇ ਨੇ ਕਿ ਬਹੁਤਾ ਸਿਆਣਾ ਕਾਂ ਜਿਹੜਾ ਨਾ ਉਹ ਗੰਦ ਤੇ ਹੀ ਡਿੱਗਦਾ, ਗੰਦ ਤੇ ਡਿੱਗ ਜਾਂਦਾ। ਤੁਸੀਂ ਵੇਖੋ ਜਿੰਨੇ ਤੁਸੀਂ ਵਾਕਿਆਤ ਸੁਣਾਏ ਨੇ ਬਸ਼ਮੂਲ ਖਲੀਲੁਰ ਰਹਿਮਾਨ ਕਮਰ ਵਾਲੇ ਸਿਆਣੇ ਲੋਕ ਸਨ ਬਿਲਕੁਲ। ਔਰ ਇਹਨਾਂ ਨੂੰ ਬਲਕਿ ਖਲੀਲੁਰ ਰਹਿਮਾਨ ਕਮਰ ਸਾਹਿਬ ਨੂੰ ਤੇ ਅਸਾਂ ਸੁਣਿਆ ਟੀਵੀ ਦੇ ਅਕਸਰ ਜਗ੍ਹਾ ਤੇ ਬੈਠੇ ਮੁਕਾਲਮਿਆਂ ਦੇ ਵਿੱਚ, ਡਾਕਟਰ ਸਾਹਿਬ ਇਹਨਾਂ ਨੂੰ ਤੇ ਮਾਣ ਹੀ ਬੜਾ ਸੀ ਨਾ ਆਪਣੀ ਗੁਫ਼ਤਗੂ ਤੇ, ਆਪਣੇ ਇਲਮ ਤੇ, ਆਪਣੇ ਤਜਰਬੇ ਤੇ, ਆਪਣੀ ਰਾਈਟਿੰਗ ਤੇ, ਆਪਣੀ ਡਾਇਰੈਕਸ਼ਨ ਤੇ। ਉਹ ਤੇ ਮਾਸ਼ਾਅੱਲਾ ਮਤਲਬ ਬੜੇ ਤਕੱਬਰ ਨਾਲ ਗੱਲ ਕਰਦੇ ਸਨ ਜਿੱਥੇ ਬੈਠਦੇ ਸਨ। ਤੇ ਉਹੋ ਹੀ ਗੱਲ ਹੋਈ ਕਿ ਜੋ ਪਰਿੰਦੇ ਨਿਗਾਹ ਰੱਖਤੇ ਹੈ, ਜਿੰਨਾ ਬਹੁਤਾ ਉੱਡਣਾ ਹੁੰਦਾ ਉਨੀ ਛੇਤੀ ਫਸ ਜਾਂਦਾ ਸੀ, ਅਸੀਰ ਹੋ ਜਾਂਦਾ। ਬਿਲਕੁਲ ਸਹੀ ਹੈ। ਉਹ ਡਾਕਟਰ ਸਾਹਿਬ ਇਸੇ ਤਰ੍ਹਾਂ ਹੀ ਇੱਕ ਕਾਰੀ ਸਾਹਿਬ ਸਨ ਜੀ, ਉਹ ਬੜੇ ਅੱਛੇ ਬੰਦੇ ਸਨ, ਬੜੇ ਅੱਲਾ ਵਾਲੇ ਸਨ ਜੀ। ਤੇ ਉਹ ਵੀ ਵਿਚਾਰੇ ਇਸ ਤਰ੍ਹਾਂ ਇੱਕ ਦਫਾ ਕਾਬੂ ਆ ਗਏ। ਉਹ ਕਾਬੂ ਇਸ ਤਰ੍ਹਾਂ ਆਏ ਕਿ ਉਹਨਾਂ ਦੇ ਕੋਲ ਕੋਈ ਬੰਦਾ ਆਇਆ, ਉਹਨੇ ਆ ਕੇ ਕਿਹਾ ਜੀ ਕਿ ਉਹ ਸਾਡਾ ਫਲਾਂ ਜਗ੍ਹਾ ਤੇ ਸੇਠ ਆਇਆ, ਉਹਦੀ ਬੱਚੀ ਦੇ ਉੱਤੇ ਜਿੰਨਾਂ ਦਾ ਸਾਇਆ ਹੋ ਗਿਆ। ਹਾਂ, ਤੇ ਉਹ ਕਾਰੀ ਸਾਹਿਬ ਗੱਡੀ 'ਚ ਬਹਿ ਕੇ ਚਲੇ ਗਏ ਉਹਨਾਂ ਦੇ ਕੋਲ, ਮਾਡਲ ਟਾਊਨ ਦੇ ਵਿੱਚ ਜਨਾਬ ਅਲੀ ਉਹ ਲੈ ਕੇ ਗਏ ਕਾਰੀ ਸਾਹਿਬ ਨੂੰ। ਉਹ ਜਦੋਂ ਲੈ ਕੇ ਗਏ ਤੇ ਅੰਦਰ ਬੜੀਆਂ ਬਾਪਰਦਾ ਬੀਬੀਆਂ ਬੈਠੀਆਂ ਸਨ, ਔਰ ਬੱਚੀ ਦਾ ਉਹਨਾਂ ਨੇ ਕਿਹਾ ਜੀ ਕਿ 3 ਦਿਨ ਹੋ ਗਏ ਨੇ ਨਾ, ਇਹਦੀ ਨਜ਼ਰ ਪੱਥਰਾ ਗਈ ਹੈ, ਵਹਿੰਦੀ ਨਹੀਂ, ਖਾਂਦੀ ਨਹੀਂ, ਸੌਂਦੀ ਨਹੀਂ। ਖੈਰ ਉਹ ਕਾਰੀ ਸਾਹਿਬ ਨੇ ਜਾ ਕੇ ਉਹਨੂੰ ਕੋਈ ਦਮ ਕੀਤਾ, ਕੋਈ ਉਹਨੂੰ ਤਵੀਜ਼ ਦਿੱਤਾ, ਔਰ ਜਦੋਂ ਕਾਰੀ ਸਾਹਿਬ ਸੀੜੀਆਂ ਉਤਰ ਕੇ ਥੱਲੇ ਆਏ ਤੇ ਥੱਲੇ ਉਹ ਚੌਧਰੀ ਸਾਹਿਬ ਨੇ 5000 ਰੁਪਇਆ ਦਿੱਤਾ ਕਾਰੀ ਸਾਹਿਬ ਨੂੰ। ਜੀ ਜੀ। ਤੇ ਨਾਲ ਜਿਹੜਾ ਹੈਗਾ ਨਾ ਕੁਝ ਜਿਹੜੇ ਉਹਨਾਂ ਦੇ ਕੋਲ ਵੀ ਬੰਦੇ ਬੈਠੇ ਸਨ, ਉਹਨਾਂ ਨੇ ਵੀ 500 ਰੁਪਇਆ ਦਿੱਤਾ ਕਾਰੀ ਸਾਹਿਬ ਨੂੰ। ਵਾਹ, ਔਰ ਖਿਦਮਤ ਕੀਤੀ ਉਹਨਾਂ ਦੀ, ਬੜਾ ਸ਼ੁਕਰੀਆ ਅਦਾ ਕੀਤਾ ਉਹਨਾਂ ਦਾ। ਤੇ ਕਾਰੀ ਸਾਹਿਬ ਨੇ ਉਹਨਾਂ ਨੂੰ ਆਉਣ ਲੱਗਿਆ ਕਿ ਉਹਨਾਂ ਨੇ ਕਿਹਾ ਜੀ ਕਿ ਮੈਂ ਦਮ ਤੇ ਕਰ ਦਿੱਤਾ ਹੈ। ਉਹ ਲੇਕਿਨ ਕਾਰੀ ਸਾਹਿਬ ਨੇ ਜਦੋਂ ਦੇਖਿਆ ਕਿ ਕਾਫੀ ਹਦੀਆ ਮਿਲ ਗਿਆ, ਉਹਨਾਂ ਨੇ ਕਿਹਾ ਜੀ 1-2 ਦਿਨ ਹਾਲੇ ਹੋਰ ਵੀ ਦਮ ਕਰਨਾ ਪੈਣਾ। ਵਾਹ। ਉਹਨਾਂ ਨੇ ਕਿਹਾ ਜੀ ਦੱਸ ਦਿਓ ਜਿਸ ਟਾਈਮ ਕਹਿੰਦੇ ਹੋ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਨਾ ਜੀ ਤੁਸੀਂ ਫਲਾਂ ਟਾਈਮ ਦੇ ਉੱਤੇ ਨਾ ਕੋਈ 10-10:30 ਵਜੇ ਸਵੇਰੇ ਮੈਂ ਫਲਾਂ ਜਗ੍ਹਾ ਤੇ ਹੋਵਾਂਗਾ ਲੈਣ। ਖੈਰ ਜਨਾਬ ਉਹ 3-4 ਦਿਨ ਕਾਰੀ ਸਾਹਿਬ ਆਉਂਦੇ ਰਹੇ, ਉਹ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਿਦਮਤ ਵਧਾ ਕੇ ਨਵਾਜ਼ਦੇ ਰਹੇ। ਤੇ ਲੇਕਿਨ ਉਹ ਚੂੰਕਿ ਉਹ ਤੇ ਪਲਾਨ ਕੀਤਾ ਹੋਇਆ ਸੀ ਨਾ ਜੀ, ਗੈਂਗ ਸੀ ਸਾਰਾ, ਉਹਨਾਂ ਨੇ ਪਲਾਨ ਕੀਤਾ ਹੋਇਆ ਸੀ। ਉਹ ਜਨਾਬ ਅਲੀ ਨਾ ਅਗਲੇ ਦਿਨ ਉਹਨਾਂ ਨੇ ਕਿਹਾ ਜੀ ਇਹਨੂੰ ਤੇ ਅੱਲਾ ਦਾ ਸ਼ੁਕਰ ਹੈ ਨਜ਼ਰ ਆਉਣਾ ਸ਼ੁਰੂ ਹੋ ਗਿਆ, ਪੈਸੇ ਜ਼ਿਆਦਾ ਦਿੱਤੇ। ਅਗਲੇ ਦਿਨ ਉਹਨੇ ਖਾਣਾ ਵੀ ਸ਼ੁਰੂ ਕਰ ਛੱਡਿਆ, ਅਗਲੇ ਦਿਨ ਉਹ 2 ਘੰਟੇ ਸੌਂ ਵੀ ਗਈ। ਵਾਹ ਵਾਹ ਵਾਹ। ਤੇ ਉਹ ਜਦੋਂ ਉਹਨਾਂ ਨੇ ਵੇਖਿਆ ਕਿ ਕਾਰੀ ਸਾਹਿਬ ਸ਼ੀਸ਼ੇ 'ਚ ਉਤਰ ਗਏ ਨੇ ਸਾਰੇ, ਪੂਰਾ ਕਾਰੀ ਸਾਹਿਬ ਨੂੰ ਉਹਨਾਂ ਦੀ ਮਸੀਹਾਈ ਦਾ ਯਕੀਨ ਦਵਾਇਆ ਤੇ ਨਾਲੇ ਉਹਨਾਂ ਨੂੰ ਚੰਗੇ ਪੈਸੇ ਵੀ ਦਿੱਤੇ। ਉਹ ਹੁਣ ਜਨਾਬ ਅਲੀ ਨਾ ਉਹਨਾਂ ਨੇ ਉਹ ਜਿਹੜਾ ਬੰਦਾ ਉਹਨਾਂ ਨੂੰ ਲੈ ਕੇ ਗਿਆ ਸੀ, ਉਹਨਾਂ ਨੇ ਕਿਹਾ ਕਾਰੀ ਸਾਹਿਬ ਚੌਧਰੀ ਸਾਹਿਬ ਬੜੇ ਖੁਸ਼ ਨੇ ਤੁਹਾਡੇ 'ਚ ਜੀ, ਤੇ ਦੱਸੋ ਕੀ ਕੋਈ ਤੁਹਾਡੀ ਖਿਦਮਤ ਦੱਸੋ ਜਿਹੜੀ ਕਰੀਏ। ਹਾਂ, ਉਹਨਾਂ ਨੇ ਕਿਹਾ ਕੀ ਕਰ ਸਕਦੇ ਨੇ। ਉਹਨਾਂ ਨੇ ਕਿਹਾ ਜੀ ਅਗਰ ਕੋਈ ਤੁਹਾਡਾ ਬੱਚਾ ਤੇ ਉਹਨੂੰ ਬਾਹਰ ਭੇਜ ਦਿੰਦਾ। ਤੇ ਉਹਨਾਂ ਨੇ ਕਿਹਾ ਯਾਰ ਮੇਰਾ ਤੇ ਬੱਚਾ ਮਕਸਦ ਹੈ ਵੀ ਕੰਮ ਕੁਛ ਨਹੀਂ ਕਰਦਾ, ਮਸਜਿਦ 'ਚ ਝਾੜੂ ਦੇ ਦਿੰਦਾ ਤੇ ਬਾਹਰ ਚਲਾ ਜਾਏਗਾ। ਉਹਨੇ ਕਿਹਾ ਜੀ ਉਹਨੂੰ ਉੱਥੇ ਮਸਜਿਦ ਲੈ ਦਿੰਦੇ ਆ ਜਨਾਬ, ਬਾਹਰ ਉੱਥੇ ਜਾਵੇ ਕੰਮ ਮਸਜਿਦ ਦਾ ਹੀ ਕਰੇ। ਵਾਹ ਵਾਹ। ਉਹ ਕਾਰੀ ਸਾਹਿਬ ਨੇ ਕਿਹਾ ਜੀ ਠੀਕ ਹੈ। ਲਓ ਜੀ ਉਹਨਾਂ ਨੇ ਕਿਹਾ ਕਾਰੀ ਸਾਹਿਬ ਨੂੰ ਕਿਹਾ ਜੀ ਤੁਸੀਂ ਪਾਸਪੋਰਟ ਦੇ ਦਿਓ। ਉਹ ਕਾਰੀ ਸਾਹਿਬ ਨੇ ਪਾਸਪੋਰਟ ਤਸਵੀਰਾਂ ਦੇ ਦਿੱਤੀਆਂ। ਉਹ ਫਿਰ ਉਸ ਬੰਦੇ ਨੇ ਕਿਹਾ ਕਿ ਕਾਰੀ ਸਾਹਿਬ ਇਹ ਦੇਖੋ ਇਹ ਜਿਹੜਾ ਬੱਚਾ ਨਾ ਜੀ ਇਹਦਾ ਕੋਈ ਪੈਸਾ ਨਹੀਂ ਲੈਣਾ ਤੁਹਾਡੇ ਕੋਲ,
ਹਾਂ ਅਲਬੱਤਾ ਅਗਰ ਤੁਸੀਂ ਸਮਝਦੇ ਹੋ ਕਿ ਕੋਈ ਹੋਰ ਵੀ ਹੈ ਵੇ ਤੇ ਉਹਦੇ ਬਹੁਤ ਮੁਨਾਸਬ ਪੈਸੇ ਲੈ ਕੇ ਨਾ ਉਹਨਾਂ ਨੂੰ ਵੀ ਭੇਜ ਦੇਣ। ਉਹ ਕਾਲੀ ਸਾਹਿਬ ਨੇ ਕਿਹਾ ਜੀ ਕਿ ਇੱਕ ਮੇਰੀ ਸਾਲੀ ਦਾ ਬੱਚਾ ਹੈ, ਠੀਕ ਹੈ ਨਾ ਜੀ, ਜੀ ਤੇ ਇੱਕ ਮੇਰਾ ਭਤੀਜਾ ਹੈ, ਇਹਨਾਂ ਨੂੰ ਵੀ ਨਾਲ ਭੇਜ ਦਿਓ, ਇਕੱਠੇ ਜਾਣਗੇ ਜਿੱਥੇ ਖੁਸ਼ ਰਹਿਣਗੇ। ਉਹ ਕਿੱਸਾ ਮੁਖਸਿਰ ਜਨਾਬ ਕਿ ਉਹਨਾਂ ਨੇ ਕਾਰੀ ਸਾਹਿਬ ਕੋਲੋਂ ਪਾਸਪੋਰਟ ਵੀ ਲੈ ਲਏ ਸਾਰਿਆਂ ਦੇ, ਔਰ 12 ਲੱਖ ਰੁਪਈਆ ਉਹਨਾਂ 2 ਬੱਚਿਆਂ ਦਾ ਲੈ ਲਿਆ। ਇਹ ਡਾਕਟਰ ਸਾਹਿਬ ਅੱਜ ਤੋਂ ਮੈਂ 20 ਸਾਲ ਪਹਿਲਾਂ ਦੀ ਗੱਲ ਸੁਣਾਉਂਦਾ। ਹਾਂ ਤੇ ਉਹ ਫਿਰ ਬਾਅਦ ਵਿੱਚੋਂ ਉਹ ਪਤਾ ਲੱਗਾ ਕਿ ਉਹ ਤੇ ਕੋਈ ਬੂਰੇ ਵਾਲੇ ਦਾ ਬੰਦਾ ਸੀ ਜਿਹੜਾ ਫੌਤ ਹੋ ਗਿਆ, ਉਹਦੇ ਨਾਂ ਦੇ ਉੱਤੇ ਉਹਨਾਂ ਨੇ ਉਹ ਜਗ੍ਹਾ ਉਹ ਘਰ ਕਿਰਾਏ ਤੇ ਲਿਆ ਹੋਇਆ ਸੀ। ਜੀ ਜੀ ਨਾ ਉਹ ਬੰਦੇ ਲੱਭੇ ਨਾ ਉਹ ਚੀਜ਼ ਲੱਭੀ। ਉਹ ਕਾਲੀ ਸਾਹਿਬ ਵਿਚਾਰੇ ਉਹਨਾਂ ਨੇ ਆਪਣਾ ਹਾਤਾ ਜਿਹੜਾ ਇੱਕ ਲਿਆ ਹੋਇਆ ਸੀ ਕੋਈ ਉਹਨਾਂ ਦੀ ਸਾਰੀ ਨੇ, ਉਹਨੇ ਵਿਚਾਰੀ ਨੇ ਵੇਚ ਕੇ ਪੈਸੇ ਦਿੱਤੇ ਸੀ। ਤੇ ਡਾਕਟਰ ਸਾਹਿਬ ਤੁਸੀਂ ਉਹਨੇ ਦੇਖੋ ਨਾ ਸਰ ਕਿ ਕਿੱਡੀ ਮਜ਼ਬੂਤ ਉਹ ਜਾਲ ਬੁਣਦੇ ਨੇ ਫਰਾਡੀਏ ਜਿਹੜੇ ਨੇ। ਦੇਖੋ ਨਾ ਉਹਨਾਂ ਬਕਾਇਦਾ 5-6 ਦਿਨ ਕਾਰੀ ਸਾਹਿਬ ਨੂੰ ਬੁਲਾਇਆ, ਉਹਨਾਂ ਦੀ ਭਰਪੂਰ ਨਜ਼ਰ ਨਿਆਜ਼ ਪੇਸ਼ ਕੀਤੀ ਔਰ ਉਹਨਾਂ ਨੂੰ ਇਹ ਵੀ ਆਖਿਆ ਕਿ ਸਾਡੀ ਬੱਚੀ ਠੀਕ ਹੈ ਹੁਣ ਮਾਸ਼ਾਅੱਲਾ ਸਹੀ। ਫਿਰ ਵੇਖੋ ਉਹਨਾਂ ਦੇ ਇੱਕ ਬੰਦੇ ਨੇ ਆਖਿਆ ਕਿ ਹਜ਼ੂਰ ਤੁਹਾਡੇ ਦੇ ਚੌਧਰੀ ਸਾਹਿਬ ਬੜੇ ਰਾਜ਼ੀ ਨੇ, ਕੋਈ ਹੁਕਮ ਕਰੋ ਤੁਹਾਡੀ ਅਸੀਂ ਕੀ ਸੇਵਾ ਕਰੀਏ। ਔਰ ਕਾਰੀ ਸਾਹਿਬ ਨੂੰ ਕੁਝ ਪਤਾ ਨਹੀਂ ਬਿਲਕੁਲ ਕਿ ਮੈਂ ਟਰੈਪ ਹੋ ਰਿਹਾ। ਇਹ ਜਿਹੜਾ ਹੁਣ ਸਾਡਾ ਦਿਲ ਕਾ ਰਿਸ਼ਤਾ ਐਪ ਚੱਲਦਾ ਪਿਆ ਜਿਹਦੇ 1 ਲੱਖ ਤੋਂ ਜ਼ਿਆਦਾ ਉਹਦੇ ਸਬਸਕ੍ਰਾਈਬਰ ਹੋ ਗਏ ਨੇ ਜੀ ਜੀ ਔਰ 1500 ਤੋਂ ਜ਼ਿਆਦਾ ਸ਼ਾਦੀਆਂ ਹੋ ਗਈਆਂ ਨੇ, 1 ਸਾਲ ਹੋ ਗਿਆ ਇਹਨੂੰ ਸਰ। ਲੇਕਿਨ ਹਾਲੇ ਤੱਕ ਸਾਡੇ ਕੋਲ ਕੋਈ ਐਸਾ ਡਾਟਾ ਨਹੀਂ ਹੈਗਾ ਕਿ ਜਿਹੜੀਆਂ ਉਹ 1500 ਸ਼ਾਦੀਆਂ ਹੋਈਆਂ ਉਹਨਾਂ ਦਾ ਆਊਟਕਮ ਕੀ ਹੋਇਆ। ਸਮਝਦੇ ਹੋ ਨਾ ਜੀ? ਬਿਲਕੁਲ। ਇਹ ਮੈਂ ਸਮਝਦਾ ਕਿ ਦੇਖੋ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਇਹ ਇਸ ਟਾਈਮ ਜਿਹੜਾ ਸਾਡਾ ਨੈਟ ਹੈ ਜਾਂ ਫੋਨ ਹੈ ਜਾਂ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਸਾਨੂੰ ਉਹਦੇ ਉੱਤੇ ਉਹਨਾਂ ਨੇ ਕਰ ਦਿੱਤਾ ਨਾ ਜੀ। ਵਰਨਾ ਮੈਨੂੰ ਯਾਦ ਹੈ ਡਾਕਟਰ ਸਾਹਿਬ ਜਦੋਂ 1965 ਦੀ ਜੰਗ ਹੋਈ ਸੀ ਜਾਂ 72 ਦੀ ਜਦੋਂ ਜੰਗ ਹੋਈ ਸੀ, ਇੱਕ ਰੇਡੀਓ ਹੁੰਦਾ ਸੀ ਮਹੱਲੇ ਦੇ ਕਿਸੇ ਬੈਠਕ 'ਚ ਲੱਗਿਆ ਹੁੰਦਾ ਸੀ, ਲੋਕ ਇਕੱਠੇ ਹੋ ਜਾਂਦੇ ਸਨ ਹੈ ਜੀ ਇਸ ਤਰ੍ਹਾਂ ਹੀ ਔਰ ਗੱਲ ਸੁਣਦੇ ਸਨ ਔਰ ਫਿਰ ਉਹਦੇ ਤੇ ਵੱਡੇ ਬੰਦੇ ਤਬਸਰਾ ਕਰਦੇ ਸਨ, ਛੋਟੇ ਜਿਹੜੇ ਨੇ ਉਹਨਾਂ ਦੀ ਗੱਲ ਅਦਬ ਦੇ ਨਾਲ ਸੁਣਦੇ ਸਨ। ਉੱਥੇ ਬੜਾ ਇੱਕ ਅਦਬ ਲਿਹਾਜ਼ ਦਾ ਹੁੰਦਾ ਸੀ। ਹੁਣ ਇਹਦੇ ਉੱਤੇ ਹਰ ਬੰਦਾ ਬੈਠਾ ਹੋਇਆ ਆਪਣੀ ਜੋ ਉਹਦੇ ਜ਼ਿਹਨ ਦੇ ਵਿੱਚ ਹੈ ਵੇ ਉਹ ਉਹਨੂੰ ਦੱਸੀ ਜਾ ਰਿਹਾ ਔਰ ਉਹਦੇ ਕੋਈ ਨਾ ਕੋਈ ਮੰਨਣ ਵਾਲੇ ਅੱਗੋਂ ਵੀ ਤੁਰ ਪੈਂਦੇ ਨੇ। ਸਰ ਆਜ਼ਾਦੀ ਏ ਇਜ਼ਹਾਰੇ ਰਾਏ ਇਹਦੇ ਨਾਂ ਦੇ ਉੱਤੇ ਡਾਕਟਰ ਸਾਹਿਬ ਬਿਲਕੁਲ ਕਈ ਹਜ਼ਾਰ ਲੋਕ ਐਸੇ ਬੈਠੇ ਨੇ ਜਿਹੜੇ ਅੱਲਾਹ ਪਾਕ ਦੇ ਬੰਦਿਆਂ ਨੂੰ ਨੇਕ ਪਾਸੇ ਲਾਉਂਦੇ ਪਏ ਨੇ। ਬਿਲਕੁਲ ਸਹੀ। ਕਈ ਐਸੇ ਬੈਠੇ ਨੇ ਜਿਹੜੇ ਕੁਰਾਏ ਪਾ ਰਹੇ ਨੇ। ਬਿਲਕੁਲ ਡਾਕਟਰ ਸਾਹਿਬ ਤੁਸੀਂ ਦੇਖੋ ਹੁਣ ਤੱਕ ਦੀਆਂ ਅਗਰ ਤੁਸੀਂ ਇਹਨੂੰ ਖੋਲ ਕੇ ਦੇਖੋ ਨਾ ਜੀ, ਜਿੰਨੀਆਂ ਤਫਾਸੀਰ ਨੇ ਹਰ ਤਫਸੀਰ ਕੁਰਾਨੇ ਪਾਕ ਦੀ ਤੁਹਾਨੂੰ ਇੱਥੇ ਮਿਲ ਜਾਏ, ਸੋਸ਼ਲ ਮੀਡੀਆ ਤੇ ਮਿਲੇਗੀ। ਸੋਸ਼ਲ ਮੀਡੀਆ ਦੇ ਔਰ ਤੁਹਾਨੂੰ ਕੋਈ ਲਾਇਬ੍ਰੇਰੀ 'ਚ ਕਿਤੇ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਉਹਨੂੰ ਖੋਲੋ, ਜਿਹੜੇ ਰਕੂ ਦਾ ਤਰਜਮਾ ਪੜ੍ਹਨਾ ਉਹ ਪੜ੍ਹੋ। ਦੁਨੀਆ ਦੇ ਉੱਤੇ ਜਿਹੜੇ ਕਾਰੀ ਜ਼ਿੰਦਾ ਨੇ ਔਰ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਹੋਏ ਨੇ, ਕਾਰੀ ਅਬਦੁਲ ਬਾਸਤ ਔਰ ਵੱਡੇ ਜਿਹੜੇ ਕਾਰੀ ਉਹਨਾਂ ਦੀ ਜਿਸ ਤਲਾਵਤ ਨੂੰ ਤੁਸੀਂ ਸੁਣਨਾ ਚਾਹੋ ਤੁਸੀਂ ਇੱਕ ਉਹਨੂੰ ਕਲਿੱਕ ਕਰੋ। ਤੁਸੀਂ ਉਹ ਡਾਕਟਰ ਸਾਹਿਬ ਇੱਕ ਦਿਨ ਤੁਸੀਂ ਫਰਮਾਇਆ ਗੱਲਾਂ ਬਾਤਾਂ ਦੇ ਵਿੱਚ ਕਿ ਸੈਯਦ ਅਤਾਉੱਲਾ ਸ਼ਾਹ ਬੁਖਾਰੀ ਰਹਿਮਤੁல்லாਹ ਤਾਲਾ ਅਲੈਹ ਜਦੋਂ ਕੁਰਾਨ ਪਾਕ ਦੀ ਤਲਾਵਤ ਕਰਦੇ ਸਨ ਤੇ ਇੰਜ ਲੱਗਦਾ ਸੀ ਜਿਵੇਂ ਫਜ਼ਾਵਾਂ ਸਖਤ ਹੋ ਜੀ। ਬਿਲਕੁਲ। ਮੈਂ ਜਾ ਕੇ ਜਨਾਬ ਘਰ ਥੋੜਾ ਜਿਹੀ ਸਰਚ ਕੀਤੀ ਤੇ ਮੈਨੂੰ ਸੈਯਦ ਅਤਾਉੱਲਾ ਸ਼ਾਹ ਦੀ ਆਵਾਜ਼ ਵਿੱਚ ਕੁਰਾਨ ਪਾਕ ਜਨਾਬ ਮੈਨੂੰ ਸੁਣਨ ਦੀ ਸਾਦਤ ਮਿਲ ਗਈ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਗੱਲ ਤੁਹਾਡੀ ਬਜਾਏ ਕਿ ਇਹਦੇ ਹਜ਼ਾਰ ਮੁਸਬਤ ਪਹਿਲੂ ਤੇ ਹੈ ਹੀ ਨਹੀਂ। ਐਸੀ ਡਾਕਟਰ ਸਾਹਿਬ ਇਨਫੋਰਮੇਸ਼ਨ ਘਰ ਬੈਠਿਆਂ ਮਿਲਦੀ ਹੈ ਜਿਹੜਾ ਕੋਈ ਸਾਡਾ ਨੈਸ਼ਨਲ ਟੀਵੀ ਜਾਂ ਦੀਗਰ ਚੈਨਲਸ ਫਰਾਹਮ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ ਨਿਊਜ਼ ਚੈਨਲ ਖਬਰਾਂ ਦੇ ਰਹੇ ਨੇ, ਬਿਲਕੁਲ ਨੈਸ਼ਨਲ ਦੇ ਰਹੇ ਨੇ, ਇੰਟਰਨੈਸ਼ਨਲ ਵੀ ਦੇ ਦੇਣਗੇ। ਡਰਾਮਾ ਜਿਹੜੇ ਚਲਾ ਰਹੇ ਨੇ ਉਹ ਸੀਰੀਅਲਸ ਦਿਖਾ ਰਹੇ ਨੇ ਮੁਖਤਲਿਫ ਚੈਨਲਸ। ਲੇਕਿਨ ਡਾਕਟਰ ਸਾਹਿਬ ਅਗਰ ਤੁਸੀਂ ਮਿਸਰ ਪੂਰੇ ਦੀ ਸੈਰ ਕਰਨੀ ਹੈ ਤੇ ਉਹ ਕਿਸ ਤਰ੍ਹਾਂ ਦੇ ਲੋਕ ਨੇ, ਉਹ ਕਿਸ ਤਰ੍ਹਾਂ ਦੇ ਉਹਨਾਂ ਦਾ ਲਿਬਾਸ, ਤਹਿਜ਼ੀਬ ਕੀ ਹੈ, ਕਲਚਰ ਕੀ ਹੈ, ਹੋਟਲ ਕੀ ਨੇ, ਖਾਣੇ ਕੀ ਨੇ, 에ਅਰ ਟਿਕਟ ਕੀ ਹੈ, ਮੌਸਮ ਕੀ ਹੈ, ਇਹ ਸਾਰਾ ਕੁਝ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜਾਏ, ਫੌਰਨ ਤੋਂ ਪਹਿਲਾਂ ਮਿਲ ਜਾਏ। ਲੇਕਿਨ ਸਰ ਅਰਜ਼ ਤੇ ਇਹ ਹੀ ਅਸੀਂ ਕਰਨਾ ਚਾਹ ਰਹੇ ਸਾਂ ਨਾ, ਅੱਜ ਦਾ ਸਾਡਾ ਟੌਪਿਕ ਇਹ ਹੀ ਸੀ ਸਰ ਕਿ ਇਹਦੇ ਮੁਜ਼ਰਾਤ ਜਿਹੜੇ ਨੇ ਉਹਨਾਂ ਤੋਂ ਸਾਨੂੰ ਖਬਰਦਾਰ ਰਹਿਣਾ ਚਾਹੀਦਾ। ਡਾਕਟਰ ਸਾਹਿਬ ਮੈਂ ਸਮਝ ਦੇਖੋ ਜੀ, ਜਿਸ ਤਰ੍ਹਾਂ ਫੇਸਬੁੱਕ ਹੈ, ਟਵਿੱਟਰ ਹੈ, WhatsApp ਹੈ, TikTok ਹੈ, ਬੇਸ਼ੁਮਾਰ ਮਕਸਦ ਇਹਨਾਂ ਦੀਆਂ ਚੀਜ਼ਾਂ ਨੇ। ਡਾਕਟਰ ਸਾਹਿਬ ਹੁਣ ਇਹਨੂੰ ਜਿਹੜਾ ਯੂਜ਼ ਕਰਦੇ ਪਏ ਨੇ ਲੋਕ ਜੀ, ਦੇਖੋ ਨਾ ਕੱਚੇ ਦੇ ਡਾਕੂ ਕਿਸੇ ਜ਼ਮਾਨੇ 'ਚ ਕਿੰਨੀ ਮਿਹਨਤ ਕਰਦੇ ਸਨ, ਇੱਥੇ ਆਉਂਦੇ ਸਨ, ਬੰਦਾ ਚੁੱਕ ਕੇ ਲੈ ਕੇ ਜਾਂਦੇ ਸਨ। ਹੁਣ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਇਸਤੇਮਾਲ ਕੀਤਾ, 2 ਕੁੜੀਆਂ ਬਿਠਾ ਲਈਆਂ ਨੇ ਉੱਥੇ। ਵਾਹ।
ਬੰਦੇ ਆਪਣੇ ਆਪ ਉੱਥੇ ਟੁਰ ਜਾਂਦੇ ਚਲੇ ਜਾਂਦੇ ਨੇ ਉਹਨਾਂ ਬੱਚੀਆਂ ਦੇ ਪਿੱਛੇ, ਉਹਨਾਂ ਦੇ ਪਿੱਛੇ, ਤੇ ਫਿਰ ਆਪਣੀ ਜਾਨ ਤੋਂ ਵੀ ਜਾਂਦੇ ਨੇ, ਪੈਸਿਆਂ ਤੋਂ ਵੀ ਜਾਂਦੇ ਨੇ। ਪੈਸਿਆਂ ਤੋਂ ਵੀ ਜਾਂਦੇ। ਕਿਉਂਕਿ ਸਾਡੀ ਕੌਮ ਜਿਹੜੀ ਹੈ ਉਹ ਮਿਸਯੂਜ਼ ਕਰਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਬਹੁਤ ਸ਼ਾਰਪ ਹੈ। ਅੱਲਾਹ ਪਾਕ ਨੇ ਉਹਨਾਂ ਨੂੰ ਐਸਾ ਦਿਮਾਗ ਦਿੱਤਾ ਦਾ ਕਿ ਨੈਗੇਟਿਵ ਵਾਲੇ ਪਾਸੇ ਜ਼ਿਆਦਾ ਚਲਾ ਜਾਂਦਾ ਹੈ, ਪੋਜ਼ਿਟਿਵ ਵਾਲੇ ਪਾਸੇ ਘੱਟ ਜਾਂਦਾ ਹੈ। ਡਾਕਟਰ ਸਾਹਿਬ ਇਹਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਹੈ। ਇਹ ਸਾਰੇ ਪ੍ਰੋਸੈਸ ਨੂੰ ਹਨੀ ਟਰੈਪ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਸ਼ਹਿਦ ਦਾ ਜਾਲ। ਇਹਦੇ ਵਿੱਚ ਕਿਸੇ ਨਾ ਕਿਸੇ ਇੱਕ ਲੜਕੀ ਨੂੰ ਜਿਹੜੀ ਕਿ ਖੁਸ਼ ਸ਼ਕਲ ਹੋਵੇ, ਖੁਸ਼ ਆਵਾਜ਼ ਹੋਵੇ, ਖੁਸ਼ ਅਦਾ ਹੋਵੇ, ਉਹ ਜਨਾਬ ਅਲੀ ਮਕਸਦ ਇਹ ਹੈ ਕਿ ਇੱਕ ਫਰੈਂਡ ਰਿਕੁਐਸਟ ਭੇਜੀ, ਤੁਸੀਂ ਜਾਣਦੇ ਹੀ ਨਹੀਂ ਕਿਸੇ ਬੰਦੇ ਨੂੰ, ਲੇਕਿਨ ਉਹਦੀ ਸ਼ਕਲ ਵੇਖ ਕੇ ਤੁਸੀਂ ਉਹਨੂੰ ਐਕਸੈਪਟ ਕੀਤਾ, ਨਾਲ ਹੀ ਹੈਲੋ ਹਾਏ ਹੋਈ, ਥੋੜ੍ਹੀ ਦੇਰ ਗੱਲਬਾਤ ਹੋਈ। ਇਹ ਲੋਕ ਜਿਹੜੇ ਨੇ ਨਾ ਜੀ, ਇਹ ਪਹਿਲੋਂ ਜਿਹਨੂੰ ਕੈਪਚਰ ਕਰਨਾ ਹੁੰਦਾ ਨਾ ਉਹਦੇ ਬਾਰੇ 'ਚ ਰੈਕੀ ਕਰ ਲੈਂਦੇ ਨੇ ਕਿ ਬਈ ਉਹਦਾ ਮੈਂਟਲ ਕੈਲੀਬਰ ਕੀ ਹੈ, ਉਹਦਾ ਮੁਆਸ਼ਰੇ ਸਟੇਟਸ ਕੀ ਹੈ, ਉਹਦੀ ਹੌਬੀ ਕੀ ਹੈ, ਉਹਦੀ ਲਾਈਕਿੰਗ ਕੀ ਹੈ, ਔਰ ਇਰਦ ਗਿਰਦ ਵਾਲਿਆਂ ਲੋਕਾਂ ਕੋਲੋਂ ਉਹਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ। ਜੀ ਜੀ, ਠੀਕ ਹੈ ਨਾ ਜੀ। ਫਿਰ ਉਸ ਤਰੀਕੇ ਨਾਲ ਉਹਨੂੰ ਕੈਪਚਰ ਕਰਦੇ ਨੇ। ਫਿਰ ਇਹ ਵੇ ਕਿ ਜਦੋਂ ਹੀ ਉਹਦੇ ਨਾਲ ਗੱਪਸ਼ਪ ਹੋਈ, ਥੋੜ੍ਹੀ ਬੇਤਕਲਫੀ ਹੋਈ, ਤੇ ਨਾਲ ਹੀ ਫਿਰ ਜਿਹੜਾ ਨਾ ਜੀ ਉਹ ਬੰਦਾ ਤੇ ਹੁਣ ਸ਼ੁਰੂ ਹੋ ਗਿਆ ਨਾ ਜੀ। ਫਿਰ ਉਹ ਜਿਹੜੇ ਨੇ ਨਾ ਜੀ, ਫਿਰ ਉਹ ਦੂਸਰੀ ਫੋਨ ਤੇ ਗੱਲ ਨਹੀਂ ਹੈਗੀ, ਫਿਰ ਉਹ ਹੀ ਹੈ ਕਿ ਵੀਡੀਓ ਕਾਲ ਦੇ ਉੱਤੇ ਤੁਸੀਂ ਇੱਕ ਦੂਸਰੇ ਦੇ ਨਾਲ। ਔਰ ਫਿਰ ਸਰ ਦੇਖੋ ਸਾਡੀਆਂ ਬੱਚੀਆਂ ਐਡੀ ਛੇਤੀ ਡਾਕਟਰ ਸਾਹਿਬ ਫਲਰਟ ਕਰਨ ਵਾਲਿਆਂ ਦੇ ਅੱਗੇ ਟਰੈਪ ਹੋ ਜਾਂਦੀਆਂ ਨੇ ਕਿ ਅਸੀਂ ਦੇਖਿਆ ਅਕਸਰ, ਚੂੰਕਿ ਮੇਰਾ ਤਾਲੁਕ ਸਰ ਜਰਨਲਿਜ਼ਮ ਦੇ ਨਾਲ ਹੈ, ਅਸੀਂ ਅਰਸੇ ਤੋਂ ਖਬਰਾਂ ਹੀ ਐਸੀਆਂ ਲਾ ਰਹੇ ਹਾਂ ਕਿ ਸਰ ਪੜ੍ਹੀਆਂ ਲਿਖੀਆਂ ਖਵਾਤੀਨ ਡਾਕਟਰ ਸਾਹਿਬ ਬੜੀਆਂ ਪੜ੍ਹੀਆਂ ਲਿਖੀਆਂ, ਉਹ ਦੇਖੋ ਤੁਸੀਂ ਕਿ ਫਸ ਜਾਂਦੀਆਂ ਨੇ। ਔਰ ਫਿਰ ਕਾਬਲੇ ਇਤਰਾਜ਼ ਤਸਵੀਰ ਦਾ ਜਾਂ ਵੀਡੀਓਜ਼ ਦਾ ਜਦੋਂ ਤਬਾਦਲਾ ਕਰ ਬੈਠਦੀਆਂ ਨੇ ਤੇ ਬਾਅਦ ਵਿੱਚ ਫਿਰ ਸਾਰੋ ਗੱਲ ਹੱਥ 'ਚ ਨਹੀਂ ਆ ਸਕਦੀ, ਉਹ ਹੱਥੋਂ ਗੱਲ ਨਿਕਲ ਗਈ ਹੁੰਦੀ ਹੈ। ਉਹ ਡਾਕਟਰ ਸਾਹਿਬ ਇਹ ਵਿਚਾਰੀਆਂ ਭੋਲੀਆਂ ਨੇ, ਮਕਸਦ ਇਹ ਵੇ ਕਿ ਰਹਿਮ ਦਿਲ ਨੇ ਸਮਝ ਲਵੋ, ਇਨੋਸੈਂਟ ਸਮਝ ਲਵੋ, ਜਾਂ ਔਰਤ ਦੇ ਅੰਦਰ ਅੱਲਾਹ ਪਾਕ ਨੇ ਇੱਕ ਜਜ਼ਬਾ ਮੁਹੱਬਤ ਦਾ ਰੱਖਿਆ ਨਾ ਜੀ, ਇਹ ਲੋਕ ਬੜੇ ਸ਼ਾਤਰ ਹੁੰਦੇ ਨੇ ਸਰ। ਤੇ ਸਰ ਫਿਰ ਇਹ ਇਸੇ ਵਾਸਤੇ ਹੀ ਅਸੀਂ ਇਹ ਸਾਰੀ ਗੁਫ਼ਤਗੂ ਕਰ ਰਹੇ ਹਾਂ ਨਾ ਮੇਰੇ ਆਕਾ, ਕਿ ਸਾਡੀਆਂ ਜਿਹੜੀਆਂ ਧੀਆਂ ਨੇ, ਕੁੜੀਆਂ ਨੇ, ਸਾਡੀਆਂ ਬੱਚੀਆਂ, ਉਹਨਾਂ ਨੂੰ ਹੁਣ ਜ਼ਰਾ ਹੋਸ਼ ਚ ਆਉਣਾ ਚਾਹੀਦਾ। ਬਿਲਕੁਲ ਹੋਸ਼ ਆਉਣਾ ਚਾਹੀਦਾ। ਸਰ ਮਾਂ ਬਾਪ ਦੀਆਂ ਝਾੜਾਂ ਜਿਹੜੀਆਂ ਨੇ ਨਾ, ਮੇਰੇ ਸਰ ਡਾਕਟਰ ਸਾਹਿਬ ਵਾਲਦੇ ਗਿਰਾਮੀ ਅੱਲਾ ਉਹਨਾਂ ਨੂੰ ਕਰੋੜ ਅਰਬ ਜੰਨਤ ਦੇ, ਡਾਕਟਰ ਸਾਹਿਬ ਏਡੇ ਸਖਤ ਸਨ, ਖੁਦਾ ਦੀ ਕਸਮ ਹੈ ਕਿ ਉਹ ਜ਼ਮਾਨਾ ਐਸਾ ਸੀ ਕਿ ਡਾਕਟਰ ਸਾਹਿਬ ਇੱਕ ਦਫਾ ਮੈਂ ਆਪਣੇ ਵਾਲਦੇ ਗਿਰਾਮੀ ਨਾਲ ਗੱਲਬਾਤ ਕਰਦਾ ਨਾ 2-3 ਦਫਾ ਹੱਸ ਪਿਆ। ਤੇ ਡਾਕਟਰ ਸਾਹਿਬ ਮੇਰੇ ਵਾਲਦ ਸਾਹਿਬ ਨੂੰ ਖੁਦਾ ਗਰੀਕੇ ਰਹਿਮਤ ਕਰੇ, ਨਬੀ ਪਾਕ ਦੇ ਸਦਕੇ ਮਾਫੀਆਂ ਦੇ ਉਹਨਾਂ ਨੂੰ। ਮੇਰੇ ਅੱਬੂ ਹੀ ਸਰ ਮੇਰੇ ਤੋਂ ਬੜਾ ਨਾਰਾਜ਼ ਹੋ ਗਏ। ਉਹਨਾਂ ਕਹੇ ਯਾਰ ਵਾਲਦ ਦੇ ਨਾਲ ਇੰਝ ਹੱਸ ਕੇ ਗੱਲਾਂ ਇਸ ਤਰ੍ਹਾਂ ਯਾਰ ਦੋਸਤ ਆਪਸ ਵਿੱਚ ਕਰਦੇ ਨੇ, ਮੈਂ ਬਾਪ ਹਾਂ ਤੇਰਾ ਤੇ ਤੈਨੂੰ ਪਤਾ ਨਹੀਂ ਕਿ ਮੇਰਾ ਕੀ ਇਹਤਰਾਮ ਹੈ, ਅਦਬ ਦਾ ਮੁਕਾਮ कैसे सर जमाने सन, कैसी तरबियत डॉक्टर साहब देखो। और डॉक्टर साहब असी समझते हाँ कि यार साढ़े वाल साहब बड़े सख्त ने। और डॉक्टर साहब जो मेरे वालदे गिरामी वफात पा गए ना, तो सर कोई रोकन टोकन वाला ना रहा, तो डॉक्टर साहब फिर पता लगा कि उन्होंने दी सख्ती दे विच भी दर पर्दा बरकत कितनी है, बरकत और किस कदर मुहब्बत सी। अल्लाह सर माँ बाप सख्ती कर रहा होंदा कि मेरा बच्चा किसी बुराई तो किसी भैड़े काम तो बच जाए, उधर ना जाए। ਉਹ ਸਾਡੀਆਂ ਬੱਚੀਆਂ ਜਿਹੜੀਆਂ ਨੇ ਨਾ, ਉਹ ਹੁੰਦੀਆਂ ਨੇ ਭੋਲੀਆਂ, ਜਿਵੇਂ ਤੁਸੀਂ ਕਿਹਾ। ਉਹ ਘਰੋਂ ਤੇ ਵੇਖੋ ਨਾ, ਮਾਂ ਬਾਪ ਨੇ ਰੋਕ ਟੋਕ ਕਰਨੀ ਹੁੰਦੀ ਹੈ, ਮਨਾ ਮਨਾਈ ਕਰਨੀ ਹੁੰਦੀ ਹੈ, ਮੋੜਨਾ ਹਟਕਣਾ ਹੁੰਦਾ ਹੈ, ਤੇ ਬਾਹਰੋਂ ਜਿਹੜਾ ਬੰਦਾ ਉਹ ਜਿਸ ਵੇਲੇ ਇਸ ਤਰ੍ਹਾਂ ਮੁਲਾਇਮਤ ਦੇ ਨਾਲ ਪੇਸ਼ ਆਉਂਦਾ, ਹਰ ਗੱਲ ਮੰਨੀ ਆਉਂਦਾ, ਸਰ ਤਸਲੀਮ ਖਮ ਕਰੀ ਆਉਂਦਾ, ਤੇ ਉਹ ਉੱਤੋਂ ਡਰਾਮੇ ਸਾਡੇ ਐਸੇ ਅੱਜ ਕੱਲ੍ਹ ਚੱਲ ਰਹੇ ਨੇ। ਉੱਤੋਂ ਰਾਈਟਰ ਵੇਖੋ ਨਾ ਤੁਸੀਂ ਮਾਸ਼ਾਅੱਲਾ, ਉਹ ਇਸ ਤਰ੍ਹਾਂ ਦਾ ਸਕ੍ਰਿਪਟ ਲਿਖਦੇ ਨੇ ਕਿ ਸਾਡੀਆਂ ਬੱਚੀਆਂ ਨੂੰ ਮਾਪੇ ਦੁਸ਼ਮਣ ਲੱਗਣ ਲੱਗ ਪੈਂਦੇ ਨੇ, ਤੇ ਹਮਸਾਏ ਜਾਂ ਆਊਟਸਾਈਡਰ ਜਿਹੜੇ ਨੇ ਨਾ ਜੀ, ਉਹ ਚੰਗੇ ਲੱਗਣ ਲੱਗ ਪੈਂਦੇ ਨੇ, ਉਹ ਹਮਦਰਦ ਲੱਗਣ ਲੱਗ ਪੈਂਦੇ ਨੇ। ਇਹ ਡਾਕਟਰ ਸਾਹਿਬ ਸੋਸ਼ਲ ਮੀਡੀਆ ਦਾ ਇੱਕ ਇਹ ਵੀ ਬੜਾ ਹੀ ਡਾਰਕ ਪਹਿਲੂ ਹੈ। ਬਿਲਕੁਲ ਪਿਆਰੇ ਵੇਖਣ ਵਾਲਿਓ, ਸਾਨੂੰ ਯਕੀਨ ਹੈ ਕਿ ਸਾਡੀ ਅੱਜ ਦੀ ਗੁਫ਼ਤਗੂ ਦੇ ਵਿੱਚੋਂ ਇਨਸ਼ਾਅੱਲਾ ਸਾਡੇ ਵਿਊਅਰਸ ਕੁਛ ਨਾ ਕੁਛ ਜ਼ਰੂਰ ਖੱਟਣਗੇ, और अपने तलबा व तालिबात, अपने बच्चे, साढ़े नौजवान धियाँ पुत्र, बिलखसूस तलबा व तालिबात मैं तां कहा कि साड़ियाँ धियाँ, साढ़े पुत्र जेड़े
ਪੜ੍ਹਾਕੂ ਨੇ ਜਿਹੜੇ ਪੜ੍ਹਨ ਦੇ ਵਾਸਤੇ ਮੁਖਤਲਿਫ ਤਾਲੀਮੀ ਇਦਾਰਿਆਂ ਦੇ ਵਿੱਚ ਜਾਂਦੇ ਨੇ, ਇੱਕ ਤੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਮਿਲ ਜਾਂਦਾ, ਦੂਸਰਾ ਅੱਜ ਕੱਲ੍ਹ ਹਰ ਬੱਚੇ ਦੇ ਕੋਲ ਸੈੱਲ ਫੋਨ ਵੀ ਹੈ, ਤੇ ਉਹਨਾਂ ਨੂੰ ਪਿਆਰਿਓ ਬੜਾ ਜ਼ਬਰਦਸਤ ਆਪਣੇ ਮਾਂ ਬਾਪ ਦੀ ਔਰ ਆਪਣੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਹੈ। ਆਪਣੀਆਂ ਰਵਾਇਤ, ਆਪਣੀਆਂ ਖਾਨਦਾਨੀ ਜਿਹੜੀ ਸ਼ਰਾਫਤ ਔਰ ਵਜਾਹਤ ਹੈ ਉਹਦੀ ਪਾਸਦਾਰੀ ਕਰਨੀ ਚਾਹੀਦੀ ਹੈ, ਔਰ ਸੋਸ਼ਲ ਮੀਡੀਆ ਦਾ ਬੜਾ ਮੁਸਬਤ ਇਸਤੇਮਾਲ ਕਰਨਾ ਚਾਹੀਦਾ ਹੈ। ਇਹਦੇ ਤੋਂ ਅੱਛੀ ਜਿਹੜੀ ਕਿ ਮੁਫੀਦ ਸਾਬਤ ਹੋਵੇ ਇਨਸਾਨਾਂ ਵਾਸਤੇ, ਸਾਡੇ ਵਾਸਤੇ, ਤੁਹਾਡੇ ਵਾਸਤੇ, ਸਾਡੇ ਮੁਆਸ਼ਰੇ ਵਾਸਤੇ, ਉਹ ਇਨਫੋਰਮੇਸ਼ਨ ਇਹਦੇ ਤੋਂ ਕਲੈਕਟ ਕਰਨੀ ਚਾਹੀਦੀ ਹੈ, ਹਾਸਿਲ ਕਰਨੀ ਚਾਹੀਦੀ ਹੈ। ਜਦੋਂ ਸਰਚ ਕਰੋ ਕਿਸੇ ਅੱਛੇ ਕੰਮ ਵਾਸਤੇ, ਕਿਸੇ ਮੁਫੀਦ ਲੁਕਾਈ ਦੇ ਭਲੇ ਦੇ ਕਿਸੇ ਕੰਮ ਦੇ ਵਾਸਤੇ ਸਰਚ ਕਰੋ, ਔਰ ਖਰਾਫਾਤ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਿਆ ਕਰੋ। ਅੱਲਾਹ ਪਾਕ ਨਬੀ ਪਾਕ ਦਾ ਸਦਕੇ ਸਾਡੀ ਪੂਰੀ ਕੌਮ ਨੂੰ, ਪੂਰੀ ਉਮਤ ਮੁਸਲਿਮਾਂ ਨੂੰ ਅੱਲਾਹ ਪਾਕ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖਣ। ਆਮੀਨ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ, ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ